ਹਿੰਦੂ ਭਰਾਵਾਂ ਦੀ ਗੱਲ ਕੀਤੀ ਜਾਵੇ ਉਹ ਕਿਉਂ ਨਹੀਂ ਖੁੱਲ੍ਹ ਕੇ ਜਿਹੜੇ ਆ ਨਾਲ ਤੁਰਦੇ। ਇਹ ਵੀ ਸਾਡੀ ਗਲਤੀ ਆ, ਅਸੀਂ ਉਹਨਾਂ ਦਾ ਮਜ਼ਾਕ ਉਡਾਉਣੇ ਆ, ਹੈ ਨਾ। ਅਸੀਂ ਉਹਨਾਂ ਦਾ ਮਜ਼ਾਕ ਉਡਾਉਣੇ ਆ ਵੀ ਇਹ ਤਾਂ ਗਾਂ, ਬਿਲਕੁਲ ਮਸਲਾ ਹੈ ਨਾ, ਗਾਂ ਦਾ ਉਹਦਾ ਸਾਰਾ ਉਹਦੀ ਪੂਜਾ ਕਰਦੇ ਆ, ਉਹਦਾ ਮੰਨ ਲਓ ਤੁਸੀਂ ਕੋਈ ਹੋਰ ਵੀ ਚੀਜ਼ਾਂ ਦਾ ਸੇਵਨ ਕਰਦੇ ਆ। ਇਹ ਕਦੇ ਪੰਜਾਬ ਦੇ ਨਾਲ ਨਹੀਂ ਖੜੇ ਹੋਏ, ਇਹਨਾਂ ਨੇ ਪੰਜਾਬ ਦੀ ਗੱਲ ਨਹੀਂ ਕੀਤੀ, ਹੈ ਨਾ। ਅਸੀਂ ਉਹਨਾਂ ਨੂੰ ਸਪੇਸ ਹੀ ਨਹੀਂ ਦਿੰਦੇ। ਮੈਂ ਤਾਂ ਕਹਿੰਦਾ ਵੀ ਸਾਡੇ 'ਚ ਦੋਗਲਾਪਣ ਆ। ਜੇ ਕੋਈ ਸਾਡਾ ਸਿੱਖ ਮੰਦਿਰ ਚਲਾ ਜਾਵੇ ਅਸੀਂ ਉਹਨੂੰ ਕਹਿੰਦੇ ਆ ਦੇਖੋ ਇਹ ਤਾਂ ਬੇਮੁਖ ਹੋ ਗਿਆ ਗੁਰੂ ਤੋਂ, ਅਤੇ ਜੇ ਕੋਈ ਹਿੰਦੂ ਭਰਾ ਗੁਰਦੁਆਰਾ ਆ ਜਾਏ ਅਸੀਂ ਕਹਿੰਦੇ ਆ ਸਾਡਾ ਹਿੰਦੂ ਭਰਾ। ਮਤਲਬ ਅਸੀਂ ਆਪਦੇ ਵਾਲਿਆਂ ਨੂੰ ਤਾਂ ਫਰੀਡਮ ਨਹੀਂ ਦਿੰਦੇ, ਉਹਨਾਂ ਨੂੰ ਆਪਦੇ ਵਿੱਚ ਲੈ ਕੇ ਆਉਣੇ। ਵਾਹ ਵਾਹ ਵਾਹ, ਕਿਆ ਬਾਤ ਹੈ। ਮੈਂ ਜੇ ਰਾਜਨੀਤੀ 'ਚ ਆਉਣਾ ਹੁੰਦਾ ਬੀਜੇਪੀ ਨਾਲ ਬਹਿ ਜਾਂਦਾ। ਸਨੀ ਬਾਈ ਉੱਥੇ ਸੀਗੇ, ਟਿਕਟ ਲੈਣੀ ਵੀ ਸੌਖੀ ਆ, ਮੈਨੂੰ ਆਫਰ ਵੀ ਹੋਈ ਆ ਪਹਿਲਾਂ ਵੀ ਅਸੀਂ ਲੜਾਵਾਂਗੇ ਤੁਹਾਨੂੰ, ਬਹੁਤ ਸੌਖਾ ਸੀ। ਅੱਜ ਜੇ ਮੈਂ ਇਹ ਗੱਲ ਕਰਾਂ ਵੀ ਮੈਂ ਇਹ ਸਭ ਕੁਝ ਕਰ ਰਿਹਾ, ਕੋਈ ਪੋਲੀਟੀਕਲ ਫਰੰਟ ਵੱਲ ਦੇਖ ਰਿਹਾ ਜਾਂ ਕੋਈ ਮੈਂ ਰਾਜਨੀਤੀ 'ਚ ਆਉਣ ਦੀ ਗੱਲ ਕਰ ਰਿਹਾ, ਇਟਸ ਟੂ ਪ੍ਰੀਮੈਚੁਰ। ਸਾਨੂੰ ਉਹ ਸਭ ਕੁਝ ਕਰਨਾ ਪਊਗਾ ਜੋ ਕੁਝ ਸਾਨੂੰ ਆਪਦੀ ਧਰਤੀ ਨੂੰ ਬਚਾਉਣ ਖਾਤਰ ਕਰਨਾ ਚਾਹੀਦਾ। ਕਿ ਰਿਲਾਇੰਸ ਦੇ ਜਿਹੜੇ ਪੈਟਰੋਲ ਪੰਪ ਆ ਉਹਨਾਂ ਦਾ ਬਾਈਕਾਟ ਕੀਤਾ ਜਾਵੇ, ਜੀਓ ਸਿਮ ਦਾ ਬਾਈਕਾਟ ਕੀਤਾ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਇਹ ਗੱਲਾਂ ਚੱਲ ਤਾਂ ਰਹੀਆਂ ਪਰ ਬਹੁਤ ਹੀ ਛੋਟੀ ਅੰਸ਼ਕ ਜੀ ਪ੍ਰਾਪਤੀ ਹੈ ਇਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਉਹਨਾਂ ਨੇ ਸ਼ੇਅਰ ਮਾਰਕੀਟ ਨੂੰ ਕੰਟਰੋਲ ਕਰਕੇ ਆਪਦੇ ਸ਼ੇਅਰ ਵਧਾਉਣੇ ਘਟਾਉਣੇ, ਉਹ ਸਾਰੀ ਗੇਮ ਉਹਨਾਂ ਨੂੰ ਆਉਂਦੀ ਹੈ। ਇੱਕ ਸਾਡਾ ਜਿਹੜਾ ਪੱਕੇ ਤੌਰ 'ਤੇ ਮੋਰਚਾ ਸ਼ੰਭੂ ਲੱਗਣਾ ਚਾਹੀਦਾ, ਜਿੱਥੇ ਅਸੀਂ ਨੈਸ਼ਨਲ ਲੈਵਲ ਦੇ ਐਕਟਿਵਿਸਟ ਲੀਡਰਸ ਵੀ ਬੁਲਾਈਏ, ਪੋਲੀਟੀਕਲ ਪਾਰਟੀਜ਼ ਤੋਂ ਜਿਹੜੇ ਦੂਰ ਹੋਣ। ਮੰਨ ਲਓ ਮੈਂ ਆ ਕੇ ਜਕਾਰਾ ਲਾ ਦਾਂ, ਕੁਛ ਉੱਥੇ ਬੈਠਾ ਬੰਦਾ ਉਹਨੂੰ ਨਾ ਠੀਕ ਲੱਗਦਾ ਹੋਵੇ, ਫਿਰ ਉਹਨੂੰ ਵੀ ਆਜ਼ਾਦੀ ਹੋਵੇ ਵੀ ਉਹ ਵੀ ਆ ਕੇ ਆਪਦੀ ਤਰ੍ਹਾਂ ਦਾ ਜਕਾਰਾ ਲਾ ਸਕੇ। ਜੇ ਅਸੀਂ ਕਹਾਂਗੇ ਸਿਰਫ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਹੀ ਜਕਾਰਾ ਲੱਗੂਗਾ ਤੇ ਬਾਕੀ ਨਹੀਂ ਲੱਗੂਗਾ। ਬਾਕੀ ਮਨਾ ਤਾਂ ਕੋਈ ਕਰਦਾ ਹੀ ਨਹੀਂ ਉੱਥੇ ਨਾ, ਜਾਂ ਉੱਥੋਂ ਜੈ ਮਾਤਾ ਦੀ ਨਹੀਂ ਕਿਹਾ ਜਾਊਗਾ ਜਾਂ ਉੱਥੋਂ ਜੈ ਸ਼੍ਰੀ ਰਾਮ ਨਹੀਂ ਕਿਹਾ ਜਾਊਗਾ। ਸਿੱਖਾਂ ਨੇ ਇਹੋ ਜਿਹਾ ਵਿਰੋਧ ਨਹੀਂ ਕੀਤਾ। ਨਹੀਂ, ਜੇ ਨਹੀਂ ਕੀਤਾ ਤਾਂ ਹੀ ਤਾਂ ਸਾਨੂੰ ਇਹੀ ਗੱਲ ਤਾਂ ਸਮਝਣੀ ਹੈ ਨਾ। MSP ਦੇ ਆਉਣ ਨਾਲ ਕਰਜ਼ਾ ਕਿਸਾਨਾਂ ਤੇ ਖਤਮ ਹੋ ਜੂ, ਮਜ਼ਦੂਰਾਂ ਦਾ ਸ਼ੋਸ਼ਣ ਖਤਮ ਹੋ ਜੂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਜਾਣਗੀਆਂ। ਕਿਸਾਨ ਜਿਸ ਤਰ੍ਹਾਂ ਦੱਬੇ ਪਏ ਆ, ਜਿਸ ਤਰ੍ਹਾਂ ਕਿਸਾਨਾਂ ਦੀ ਅੱਜ ਦੀ ਹਾਲਤ ਆ, ਦੁਰਦਸ਼ਾ ਕਰਦੀਆਂ ਸਰਕਾਰਾਂ, ਉਹ ਠੀਕ ਹੋ ਜੂ। ਨਹੀਂ ਹੋਣਾ। ਸਨੀ ਬਾਈ ਨੂੰ ਇਸ ਗੱਲ ਦੀ ਸਮਝ ਨਹੀਂ ਆ ਵੀ ਇਹ ਬਿੱਲ ਸਾਡੇ ਅਗੇਂਸਟ ਕਿਵੇਂ ਆ। ਪੰਜਾਬ ਵਿੱਚ ਇਸ ਵਕਤ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਿ ਕਿਸਾਨ ਵਿਰੋਧੀ ਆਰਡੀਨੈਂਸ ਦੇ ਜਿਹੜੇ ਉਸ ਦੇ ਵਿਰੋਧ ਵਿੱਚ ਧਰਨੇ ਲਗਾਏ ਜਾ ਰਹੇ ਨੇ। ਉੱਥੇ ਗਾਇਕਾਂ ਵੱਲੋਂ, ਫਿਲਮੀ ਅਦਾਕਾਰਾਂ ਵੱਲੋਂ, ਸਮਾਜ ਸੇਵੀਆਂ ਵੱਲੋਂ ਇੱਕ ਮੰਚ 'ਤੇ ਇਕੱਠੇ ਹੋ ਕੇ ਉਹਨਾਂ ਵੱਲੋਂ ਵੀ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ। ਇਸ ਵਕਤ ਅਸੀਂ ਗੱਲ ਕਰੀਏ ਨੌਜਵਾਨੀ ਦੀ ਤਾਂ ਨੌਜਵਾਨਾਂ ਵੱਲੋਂ ਜਿਹੜਾ ਗਾਇਕਾਂ ਦੇ ਇੱਕ ਕਹਿਣ ਦੇ ਉੱਤੇ ਜਿਹੜਾ ਗਾਇਕਾਂ ਨੂੰ ਕਦੇ ਭੰਡਿਆ ਜਾਂਦਾ ਸੀ ਵੀ ਨੌਜਵਾਨੀ ਨੂੰ ਕਰਾਹੇ ਪਾ ਰਹੇ ਨੇ, ਅੱਜ ਉਹਨਾਂ ਗਾਇਕਾਂ ਦੇ ਕਰਕੇ, ਉਹਨਾਂ ਅਦਾਕਾਰਾਂ ਦੇ ਕਰਕੇ ਜਿਹੜਾ ਉਹ ਨੌਜਵਾਨੀ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਆ। ਅਤੇ ਨਵੀਂ ਰੂਹ ਫੂਕਣ ਵਾਲੇ ਇੱਕ ਅਦਾਕਾਰ ਨੇ ਦੀਪ ਸਿੱਧੂ ਦੇ ਨਾਲ ਅੱਜ ਗੱਲਬਾਤ ਕਰਾਂਗੇ ਕਿ ਉਹ ਕਿਸਾਨ ਵਿਰੋਧੀ ਆਰਡੀਨੈਂਸ 'ਤੇ ਜਿਹੜੇ ਆ ਉਹ ਜਿਹੜੇ ਉਹਨਾਂ ਰੱਦ ਕਰਾਉਣੇ ਆ ਜਾਂ ਕੋਈ ਹੋਰ ਪੰਜਾਬ ਦੇ ਮਸਲੇ ਆ, ਪੰਜਾਬੀਅਤ ਦੀ ਅੱਜ ਗੱਲ ਕਰਾਂਗੇ। ਸਾਡੇ ਨਾਲ ਬਾਈ ਦੀਪ ਸਿੱਧੂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਮੈਂ ਸ਼ੁਰੂ ਕਰਾਂਗਾ ਕਿ ਜਿਵੇਂ ਫਿਲਮ ਦੇ ਵਿੱਚ ਤੁਹਾਡੀ ਜੋਰਾ ਫਿਲਮ ਦੇ ਵਿੱਚ ਦੇਖਿਆ ਸੀ ਇੱਕ ਬਗਾਵਤ ਦਾ ਝੰਡਾ ਤੁਸੀਂ ਚੁੱਕਿਆ ਸੀ ਆਪਣਿਆਂ ਤੋਂ ਹੀ, ਅੱਜ ਲੱਗ ਨਹੀਂ ਰਿਹਾ ਕਿ ਉਹੀ ਸੀਨ ਜਿਹੜਾ ਉਹ ਅਸਲੀਅਤ ਦੇ ਵਿੱਚ ਜਿਹੜਾ ਉਹ ਆਪਣਿਆਂ ਤੋਂ ਹੀ, ਜਿਵੇਂ ਕਹਿ ਲਈਏ ਕਿ ਬਗਾਵਤ, ਜਿਵੇਂ ਸਨੀ ਦਿਓਲ ਦਾ ਨਾਂ ਬਾਰ-ਬਾਰ ਆਉਂਦਾ ਕਿ ਸਨੀ ਦਿਓਲ ਤੁਹਾਡੇ ਆਪਣੇ ਨੇ, ਬਗਾਵਤ ਦਾ ਝੰਡਾ ਇੱਕ ਚੁੱਕਿਆ ਜਾ ਰਿਹਾ। ਨਹੀਂ, ਆਪਦਿਆਂ ਤੋਂ ਬਗਾਵਤ ਨਹੀਂ। ਇਹ ਬਗਾਵਤ, ਦੇਖੋ ਇੱਕ ਗੱਲ ਸਮਝਣੀ ਪਊਗੀ, ਅਸੀਂ ਬਾਗੀ ਕਦੋਂ ਹੁੰਦੇ ਆ? ਬਗਾਵਤ ਹੈ ਕੀ? ਆਪਦੇ ਹੱਕਾਂ ਨਾਲ ਹੀ ਲੜਨਾ ਉਹਨੂੰ ਬਗਾਵਤ ਨਹੀਂ ਕਹਿੰਦੇ, ਆਪਦੇ ਲੋਕਾਂ ਲਈ ਲੜਨਾ ਉਹਨੂੰ ਬਗਾਵਤ ਨਹੀਂ ਕਹਿੰਦੇ। ਹਾਲਾਂਕਿ ਇਹ ਬਿਰਤਾਂਤ ਸਰਕਾਰਾਂ ਰਚਦੀਆਂ ਵੀ ਤੁਸੀਂ ਬਾਗੀ ਹੋ, ਪਰ ਜੇ ਉਹ ਕੋਈ ਗਲਤ ਨੀਤੀ ਬਣਾਉਂਦੀਆਂ ਅਸੀਂ ਉਹਦੇ ਖਿਲਾਫ ਆਵਾਜ਼ ਚੱਕਦੇ ਹਾਂ,
ਅਸੀਂ ਲੋਕਾਂ ਦੀ ਗੱਲ ਕਰ ਰਹੇ ਹੁੰਦੇ ਹਾਂ। ਆਪਦੇ ਲੋਕਾਂ ਦੀ ਗੱਲ ਤੁਹਾਨੂੰ ਕਰਨ ਵਾਸਤੇ ਆਪਦੀ ਧਰਤੀ ਨਾਲ ਵਫਾਦਾਰੀ ਨਿਭਾਉਣੀ ਪੈਂਦੀ ਆ, ਆਪਦੇ ਜ਼ਮੀਰ ਦੀ ਆਵਾਜ਼ ਸੁਣਨੀ ਪੈਂਦੀ ਆ। ਸੋ ਇਹਨੂੰ ਬਗਾਵਤ ਨਹੀਂ ਕਹਾਂਗੇ। ਤੁਸੀਂ ਇੱਕ ਨਾ ਅੰਗਰੇਜ਼ੀ ਦੀ ਕਹਾਵਤ ਆ, ਅ ਟਰੂ ਪੈਟਰੀਅਟ ਵਿਲ ਆਲਵੇਜ਼ ਫਾਈਟ ਦ ਗਵਰਨਮੈਂਟ। ਉਹਦਾ ਮਤਲਬ ਇਹੀ ਆ ਵੀ ਸੱਚਾ ਦੇਸ਼ ਭਗਤ ਉਹੀ ਹੁੰਦਾ ਜਿਹੜਾ ਸਰਕਾਰਾਂ ਨਾਲ ਲੜਦਾ, ਕਿਉਂਕਿ ਸਰਕਾਰਾਂ ਹਮੇਸ਼ਾ ਹੀ ਔਰ ਸਪੈਸ਼ਲੀ ਆ ਜਮਹੂਰੀਅਤ 'ਚ ਤਾਂ ਡੈਮੋਕ੍ਰੇਸੀ 'ਚ ਤਾਂ ਸਿਰਾਂ ਦੀ ਗਿਣਤੀ ਦੀ ਪੋਲੀਟਿਕਸ ਕਰਦੀਆਂ। ਇਹਨਾਂ ਨੇ ਤਾਂ ਰਾਜਨੀਤਿਕ ਮੰਤਵ ਦੇਖਣੇ ਹੁੰਦੇ ਆ, ਹੈ ਨਾ। ਸੋ ਜਿੱਥੇ ਜਿੱਥੇ ਧੱਕਾ ਕਰਨਗੇ, ਜਿੱਥੇ ਜਿੱਥੇ ਜ਼ਬਰ ਜ਼ੁਲਮ ਕਰਨਗੇ, ਉੱਥੇ ਉੱਥੇ ਲੋਕ ਉੱਠ ਕੇ ਆਪਦੀ ਆਵਾਜ਼ ਚੱਕਦੇ ਆ ਅਤੇ ਉਹਨੂੰ ਬਾਗੀ ਦਾ ਰੂਪ ਦੇ ਦਿੱਤਾ ਜਾਂਦਾ। ਪਰ ਉਹ ਅਸਲ ਬਾਗੀ ਹੁੰਦੇ ਨਹੀਂ। ਉਹ ਬੰਦੇ ਸਹੀ ਗੱਲ ਕਰ ਰਹੇ ਹੁੰਦੇ ਆ, ਲੋਕਾਂ ਦੀ ਗੱਲ ਕਰ ਰਹੇ ਹੁੰਦੇ ਆ। ਭਾਈ ਤੁਸੀਂ ਆਪ ਐਡਵੋਕੇਟ ਜੇ, ਲੀਗਲੀ ਜਿਹੜਾ ਪ੍ਰੋਸੈਸ ਕੀ ਅੱਗੇ ਰਹੇਗਾ ਇਹਦਾ, ਕਿ ਲੀਗਲੀ ਤੌਰ 'ਤੇ ਕਿਹੜੇ ਵਕੀਲ ਹਾਇਰ ਕੀਤੇ ਆ ਜਾਂ ਕਿੱਥੇ ਅਪੀਲ ਪਾਉਣੀ ਆ ਜਾਂ ਕਿਵੇਂ ਆ? ਕਿਉਂਕਿ ਇਹ ਤੁਸੀਂ ਬਾਰ-ਬਾਰ ਇਹ ਵੀ ਕਹਿੰਦੇ ਜੇ ਕਿ ਕਾਨੂੰਨ ਨੇ ਸਾਨੂੰ ਕੁਛ ਨਹੀਂ ਦੇਣਾ। ਬਾਬਰੀ ਮਸਜਿਦ ਦਾ ਅਸੀਂ ਮਾਮਲਾ ਦੇਖਿਆ, ਬਾਬਰੀ ਮਸਜਿਦ ਕਹਿੰਦੇ ਸਾਨੂੰ ਨਹੀਂ ਪਤਾ, ਤੁਸੀਂ ਵੀ ਦੱਸਿਆ ਵੀ ਕਿੰਨੇ 2.5 ਜਾਂ ਬਰੀ ਕਰ ਦਿੱਤੇ ਗਏ ਦੋਸ਼ੀ ਹੈ। ਜੇ ਆਪਾਂ ਦੋਸ਼ੀ ਜਿਹਨਾਂ ਨੂੰ ਕਿਹਾ ਜਾ ਰਿਹਾ ਸੀ, ਮੀਡੀਆ ਚੈਨਲਾਂ ਵੱਲੋਂ ਦੋਸ਼ੀ ਕਿਹਾ ਜਾ ਰਿਹਾ ਸੀ, ਉਹ ਬਰੀ ਕਰ ਦਿੱਤੇ ਗਏ, ਹੁਣ ਦੋਸ਼ੀ ਨਹੀਂ ਆ ਉਹ। ਹਾਂਜੀ, ਕਾਨੂੰਨ ਦੀ ਤੁਸੀਂ ਗੱਲ ਕਰਦੇ ਹੋ ਅਤੇ ਕਾਨੂੰਨ ਲੀਗਲੀ ਪ੍ਰੋਸੈਸ ਕੀ ਰਹੇਗਾ? ਦੇਖੋ, ਜਿਸ ਹਿਸਾਬ ਨਾਲ ਇੰਡੀਅਨ ਸਟੇਟ ਇਸ ਟਾਈਮ ਬਿਹੇਵ ਕਰ ਰਹੀ ਆ, ਉਹਨਾਂ ਨੇ ਇਲੈਕਸ਼ਨ ਕਮਿਸ਼ਨ, ਸੁਪਰੀਮ ਕੋਰਟ ਜਾਂ CBI ਉੱਥੇ ਵੀ ਆਪਦਾ ਇਨਫਲੂਐਂਸ ਪੈਦਾ ਕਰਤਾ। ਇਹ ਲੋਕਾਂ 'ਚ ਪ੍ਰਗਟ ਰੂਪ 'ਚ ਗੱਲ ਆ ਗਈ ਆ। ਇਹਦੇ ਬਾਰੇ ਸਾਨੂੰ ਕੋਈ ਬਾਹਲਾ ਵਿਚਾਰ ਕਰਨ ਦੀ ਗੱਲ ਤਾਂ ਹੈ ਨਹੀਂ। ਹੁਣ ਜੇ ਉੱਥੇ ਉਹਨਾਂ ਦਾ ਇਨਫਲੂਐਂਸ ਆ ਜਾਂ ਉੱਥੇ ਉਹਨਾਂ ਦੀ ਇੰਟਰਫੇਅਰੈਂਸ ਆ, ਤਾਂ ਸਾਨੂੰ ਪਤਾ ਵੀ ਜੇ ਅਸੀਂ ਕਾਨੂੰਨੀ ਲੜਾਈ ਲੜਨੀ ਆ, ਉੱਥੋਂ ਨਿਆਂ ਨਹੀਂ ਮਿਲਣਾ। ਕਿਉਂਕਿ ਕਸ਼ਮੀਰ ਨੇ ਆਪਦੀ ਪਟੀਸ਼ਨ ਫਾਈਲ ਕੀਤੀ ਸੀ, ਉਹਦੇ 'ਤੇ ਸੁਣਵਾਈ ਵੀ ਨਹੀਂ ਹੋਈ। ਤੁਸੀਂ ਦੇਖ ਲਓ ਵੀ ਅਸੀਂ ਆਪਦੀ ਸੈਕਸ਼ਨ 32 ਦੇ ਅੰਡਰ ਇਹਦੇ ਲੈਜਿਸਲੇਸ਼ਨ ਨੂੰ ਚੈਲੰਜ ਕਰਾਂਗੇ। ਪਤਾ ਨਹੀਂ ਸਾਨੂੰ ਕਿੱਥੋਂ ਤੱਕ ਸੁਣਵਾਈ ਮਿਲਣੀ ਆ ਕਿ ਨਹੀਂ ਮਿਲਣੀ, ਐਡਮਿਟ ਵੀ ਹੋਣੀ ਆ ਕਿ ਨਹੀਂ ਹੋਣੀ। ਪਰ ਫਿਰ ਵੀ ਤੁਹਾਨੂੰ ਹਰ ਮੋਰਚੇ 'ਤੇ ਲੜਾਈ ਲੜਨੀ ਪੈਂਦੀ ਹੁੰਦੀ ਆ। ਲੜਨੀ ਕਿਉਂ ਪੈਂਦੀ ਹੁੰਦੀ ਆ? ਕਈ ਵਾਰੀ ਕੋਈ ਮਾੜਾ ਮੋਟਾ ਨਿਆਂ ਕਿਤੋਂ ਤੁਹਾਡਾ ਫਾਹ ਪੈ ਜਾਂਦਾ, ਕੋਈ ਚੰਗਾ ਜੱਜ ਬੈਠਾ ਹੁੰਦਾ ਜਿਹੜਾ ਨਿਰਪੱਖ ਹੋ ਕੇ ਫੈਸਲੇ ਦਿੰਦਾ। ਇਸੇ ਤਰ੍ਹਾਂ ਜੇ ਅਸੀਂ ਸੁਪਰੀਮ ਕੋਰਟ ਨੂੰ ਦੇਖੀਏ ਤਾਂ ਤੁਹਾਡੇ ਸਾਹਮਣੇ ਐਗਜ਼ਾਮਪਲਸ ਆ। ਬਾਬਰੀ ਮਸਜਿਦ ਦਾ ਜਿਹੜਾ ਸਾਰਾ ਇਸ਼ੂ ਸੀ, ਉੱਥੇ ਕਿਵੇਂ ਉਹਨਾਂ ਨੇ ਸਾਰਾ ਕੇਸ ਹੈਂਡਲ ਕਰਕੇ, ਅਤੇ ਜੇ ਉਹ ਹੁਣ ਸੁਪਰੀਮ ਕੋਰਟ ਕਹਿ ਰਿਹਾ ਵੀ ਢਹੀ ਜ਼ਰੂਰ ਆ ਪਰ ਢਾਈ ਨਹੀਂ। ਬਾਬਰੀ ਵੀ ਤੇ ਇੱਕ ਨਵਾਂ ਜਿਹੜਾ ਹੁਣੇ ਜਿਹੜਾ ਇੱਕ ਦੁਖਾਂਤ ਵਾਪਰਿਆ, ਇੱਕ ਲੜਕੀ ਹਾਥਰਸ ਦੇ ਵਿੱਚ ਜਿਹੜਾ ਉਹ ਉਸ ਵਿੱਚ ਜੋਗੀ ਜਿਹੜਾ ਰਾਮ ਰਾਜ, ਜਿੱਥੇ ਕਿਹਾ ਜਾਂਦਾ ਕਿ ਜੋਗੀ ਸਰਕਾਰ ਆ, ਰਾਮ ਰਾਜ ਆ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਵਾ ਉਹ ਇਨਸਾਫ ਨਹੀਂ ਦਵਾਇਆ ਜਾਂਦਾ। ਇੱਥੋਂ ਕਿ ਦਬਾਇਆ ਜਾ ਰਿਹਾ, ਪਰਿਵਾਰ ਨੂੰ ਦਬਾਇਆ ਜਾ, ਇੱਥੋਂ ਕਿ ਮੀਡੀਆ ਤੱਕ ਨੂੰ ਨਹੀਂ ਉਹਦੇ ਨਾਲ ਗੱਲਬਾਤ ਕਰਨ ਦਿੱਤੀ ਜਾ ਰਹੀ ਪਰਿਵਾਰ ਨਾਲ। ਦੇਖੋ, ਸਭ ਤੋਂ ਵੱਡੀ ਤਰਾਸਦੀ ਹੈ ਨਾ ਜਿਹੜੀ ਸਾਡੇ ਸਮਾਜ 'ਚ, ਉਹ ਆ ਦਰਜਾ ਬਦਰਜੀ। ਬਿਲਕੁਲ, ਹੈ ਨਾ। ਇਹ ਚੀਜ਼ ਜਦੋਂ ਤੱਕ ਤੁਸੀਂ ਸਮਾਜ ਦੀ ਬਣਤਰ ਨੂੰ ਨਹੀਂ ਸਮਝੋਗੇ, ਉਹਦੀ ਫਾਰਮੇਸ਼ਨ ਨੂੰ ਚੈਲੰਜ ਨਹੀਂ ਕਰੋਗੇ, ਅਤੇ ਤੁਸੀਂ ਕਹਿੰਦੇ ਹੋ ਵੀ ਉਹਨੂੰ ਇਨਸਾਫ ਮਿਲੇ। ਇਨਸਾਫ ਕਿਵੇਂ ਮਿਲੇ? ਇਨਸਾਫ ਇਹ ਆ ਵੀ ਉਹਦਾ ਪਹਿਲਾਂ ਜੋ ਉਹਨਾਂ ਨੇ ਦਰਿੰਦਗੀ ਕੀਤੀ ਆ ਉਹ ਹੋਵੇ, ਉਦੋਂ ਬਾਅਦ ਉਹਨੂੰ ਇਨਸਾਫ ਮਿਲੇ। ਇਹ ਤਾਂ ਸਾਨੂੰ ਵੀ ਸਮਾਜ ਦੀ ਬਣਤਰ ਨੂੰ ਕੁਐਸਚਨ ਕਰਨਾ ਪਊਗਾ, ਇਸ ਦਰਜਾ ਬਦਰਜੀ ਨੂੰ ਖਤਮ ਕਰਨਾ ਪਊਗਾ। ਦਰਜਾ ਬਦਰਜੀ ਦੀ ਗੱਲ ਕਰਦੇ ਹੋ, ਜਿਹੜਾ ਇੱਕ ਹੈਦਰਾਬਾਦ ਦੇ ਵਿੱਚ ਪ੍ਰਿੰਕਾ ਰੈਡੀ ਦਾ ਜਿਹੜਾ ਬਲਾਤਕਾਰ ਹੋਇਆ ਸੀ, ਉਸ ਤੋਂ ਬਾਅਦ ਜਿਹੜਾ ਉਹ ਦੋਸ਼ੀ ਖਤਮ ਕਰ ਦਿੱਤੇ ਗਏ ਕਿ ਇਨਕਾਊਂਟਰ ਨਾ ਕਿ ਉਹ ਉੱਚ ਜਾਤੀ ਦਾ ਕਰਕੇ, ਜਾਂ ਇੱਥੇ ਇੱਕ ਦਲਿਤ ਲੜਕੀ ਦਾ ਜਿਹੜਾ ਆਉਂਦਾ ਕਿ ਦਲਿਤ ਜਦੋਂ ਵਾਰੀ ਆ ਉਦੋਂ ਸਰਕਾਰ ਦੇ ਰੂਲ ਜਿਹੜੇ ਆ ਬਦਲ ਜਾਂਦੇ ਆ। ਬਾਈ ਜੀ ਆਏ ਆ ਵੀ ਇਹ ਜਿਹੜਾ ਸਵਰਨ ਜਾਤੀ ਅਤੇ ਦਲਿਤ, ਇਹੀ ਤਾਂ ਖਤਮ ਕਰਨਾ, ਇਹਨੂੰ ਹੀ ਤਾਂ ਸੰਬੋਧਨ ਕਰਨਾ ਵੀ ਬੱਚੀ ਤਾਂ ਬੱਚੀ ਆ ਨਾ, ਉਹ ਤਾਂ ਸਾਡੀ ਧੀ ਆ। ਬਿਲਕੁਲ, ਹੈ ਨਾ। ਦਲਿਤ ਕੀ ਹੋਈ? ਤੁਸੀਂ ਸਵਰਨ ਜਾਤੀ ਨੇ ਗਲਬਾ ਜਿਹੜਾ ਪਾ ਰੱਖਿਆ ਵੀ ਦਲਿਤ ਬੱਚੀ। ਪਹਿਲਾਂ ਤਾਂ ਸਾਡੇ ਮੀਡੀਆ ਚੈਨਲਸ ਨੂੰ, ਸਾਡੇ ਬੁੱਧੀਜੀਵੀਆਂ ਨੂੰ ਇਹ ਸੰਬੋਧਨ ਐਂ ਨਹੀਂ ਕਰਨਾ ਚਾਹੀਦਾ। ਇੱਥੇ ਇਸ ਸੰਬੋਧਨ 'ਚ ਹੀ ਦਰਜਾ ਬਦਰਜੀ ਆ ਜਾਂਦੀ ਹੈ। ਬਿਲਕੁਲ, ਹੈ ਨਾ। ਇਸ ਕਰਕੇ ਸਾਨੂੰ ਜਿਹੜਾ ਕੋਈ ਮੈਟਾਫਰ ਯੂਜ਼ ਕਰਨਾ ਜਾਂ ਕੋਈ ਇਹੋ ਜਿਹਾ ਢੰਗ ਲੱਭੀਏ ਵੀ ਜਿੱਥੇ ਦਰਜਾ ਬਦਰਜੀ ਨਾ ਹੋਵੇ। ਗੱਲ ਕਰੋ ਤੁਸੀਂ ਵੀ ਉੱਥੇ ਇੱਕ ਬੱਚੀ ਦੇ ਨਾਲ ਐਡੀ ਦਰਿੰਦਗੀ ਹੋਈ ਆ, ਤੁਸੀਂ ਪਹਿਲਾਂ ਹੀ ਕਹੋ। ਹੁਣ ਜਦੋਂ ਇਹ ਗੱਲ ਸੋਚਣ ਦੀ ਆ, ਜਦੋਂ ਇਹ ਕਹਿ ਦਿੰਦੇ ਆ ਦਲਿਤ ਬੱਚੀ, ਅੱਧਿਆਂ ਦਾ ਤਾਂ ਐਂ ਹੁੰਦਾ ਵੀ ਚਲੋ ਕੋਈ ਨਹੀਂ, ਇਸ ਗੱਲ ਨੂੰ ਕੁਐਸਚਨ ਨਹੀਂ ਕੀਤਾ ਜਾਊਗਾ। ਯਾਰ ਸਾਡੀ ਬੱਚੀ ਆ,
ਜੇ ਉਹ ਦਲਿਤ ਸੀ ਅਸੀਂ ਵੀ ਦਲਿਤ ਸੀ, ਉਵੇਂ ਹੀ ਜੰਮੇ ਆ ਨਾ ਅਸੀਂ ਵੀ। ਉਹਨਾਂ 'ਚ ਕੀ ਫ਼ਰਕ ਆ, ਸਾਡੇ 'ਚ ਕੀ ਫ਼ਰਕ ਆ? ਸੋ ਇਹ ਗੱਲਾਂ ਨੂੰ ਸਾਨੂੰ ਸਮਝਣਾ ਪਊਗਾ। ਇਸ ਕਰਕੇ ਦਲਿਤ ਕੁਛ ਨਹੀਂ ਹੁੰਦਾ। ਆਰਥਿਕ ਤੌਰ 'ਤੇ ਪਿਛੜੇ ਹੋਏ ਵਰਗ ਨੂੰ ਜੇ ਤੁਸੀਂ ਉਹਦੇ 'ਤੇ ਗਲਬਾ ਪਾ ਕੇ ਅਤੇ ਉਹਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰ ਦਿੰਦੇ ਹੋ ਵੀ ਆਹ ਸਵਰਨ ਜਾਤੀ ਲੋਕ ਆ, ਇਹਨੂੰ ਤਾਂ ਪ੍ਰਮਾਤਮਾ ਨੇ ਪੈਦਾ ਹੀ ਇਸ ਤਰ੍ਹਾਂ ਕੀਤਾ, ਇਹਨਾਂ ਨੂੰ ਤਾਂ ਬਹੁਤ ਕੁਛ ਪਤਾ ਵੀ ਆ, ਇਹਨਾਂ ਕੋਲੇ ਇਲਾਹੀ ਚੀਜ਼ਾਂ ਅਤੇ ਤੁਹਾਡੇ ਕੋਲੇ ਹੈ ਨਹੀਂ। ਇਦੋਂ ਵੱਡੀ ਤਰਾਸਦੀ ਸਮਾਜ ਦੀ ਕੀ ਹੋ ਸਕਦੀ ਆ? ਇਸ ਕਰਕੇ ਜਦੋਂ ਆਪਾਂ ਸਮਾਜ ਦੀ ਬਣਤਰ ਨੂੰ ਸਮਝਦੇ ਹਾਂ, ਕੁਐਸਚਨ ਉੱਥੇ ਕਰਨਾ ਚਾਹੀਦਾ ਸਾਨੂੰ। ਫਿਰ ਅਸੀਂ ਇਨਸਾਫ ਵਾਲੇ ਪਾਸੇ ਤੁਰ ਪੈਂਦੇ ਹਾਂ। ਉਹ ਕੋਈ ਬਾਹਲੀ ਵਧੀਆ ਗੱਲ ਨਹੀਂ। ਚਲੋ ਇਨਸਾਫ ਐਗਜ਼ਾਮਪਲ ਸੈੱਟ ਕਰਨੀਆਂ ਚਾਹੀਦੀਆਂ ਸਰਕਾਰਾਂ ਨੂੰ, ਸਰਕਾਰਾਂ ਉਹ ਵੀ ਨਹੀਂ ਕਰਦੀ। ਸਰਕਾਰ ਹਮੇਸ਼ਾ ਹੀ, ਕਿਉਂਕਿ ਕ੍ਰਿਮੀਨਲਸ ਨੂੰ ਸਰਕਾਰ ਹੀ ਪਾਲਦੀ ਆ, ਉਹਨਾਂ ਨੂੰ ਪਾਲ ਕੇ ਉਹਨਾਂ ਦੇ ਥਰੂ ਕੁਛ ਇਹੋ ਜਿਹੇ ਕੰਮ ਕਰਾਉਂਦੀ ਆ ਜਿਹੜੇ ਸਰਕਾਰ ਸਿੱਧੇ ਤੌਰ 'ਤੇ ਆਪ ਨਹੀਂ ਕਰ ਸਕਦੀ। ਸੋ ਇਸ ਕਰਕੇ ਜਦੋਂ ਤੱਕ ਅਸੀਂ ਪੂਰਨ ਤੌਰ 'ਤੇ ਇਹਨਾਂ ਗੱਲਾਂ ਨੂੰ ਨਹੀਂ ਸਮਝਾਂਗੇ, ਜਿਵੇਂ ਬਾਬਾ ਸਾਹਿਬ ਅੰਬੇਦਕਰ ਉਹਨਾਂ ਨੇ ਇੱਕ ਗੱਲ ਕਹੀ ਸੀ, ਉਹਨਾਂ ਨੇ ਕਹੀ ਸੀ ਵੀ ਜੇ ਤੁਸੀਂ ਇਹ ਦਰਜਾ ਬਦਰਜੀ ਖਤਮ ਕਰਨੀ ਆ ਨਾ, ਤਾਂ ਤੁਸੀਂ ਜਿਹੜੇ ਪੁਰਾਣੇ ਰੀਤੀ ਰਿਵਾਜ ਆ, ਪੁਰਾਣੀਆਂ ਗੱਲਾਂ, ਪੁਰਾਣੇ ਵਿਸ਼ਵਾਸ ਆ, ਉਹਨਾਂ ਨੂੰ ਪੂਰਨ ਤੌਰ 'ਤੇ ਖੰਡਨ ਕਰੋ। ਪੂਰਨ ਤੌਰ 'ਤੇ ਉਸ ਸ਼੍ਰੇਣੀ ਦਾ ਖੰਡਨ ਕਰੋ ਜਿੱਥੇ ਇਹ ਲਿਖਿਆ ਹੋਇਆ ਵੀ ਫਲਾਨਾ ਬ੍ਰਾਹਮਣ ਆ, ਫਲਾਨਾ ਜੱਟ ਆ, ਫਲਾਨਾ ਵੈਸ਼ਿਆ, ਫਲਾਨਾ ਸ਼ੂਦਰ ਆ। ਇਹਨਾਂ ਗੱਲਾਂ ਦਾ ਖੰਡਨ ਕਰਨਾ। ਪ੍ਰੀਤੀ ਭੋਜ ਕਰ ਲਓਗੇ, ਇੰਟਰਕਾਸਟ ਤੁਸੀਂ ਮੈਰਿਜਸ ਕਰ ਲਓਗੇ, ਇਹਦੇ ਨਾਲ ਗੱਲ ਨਹੀਂ ਬਣਨੀ। ਇਹਦਾ ਇੱਕ ਛੋਟੀ ਜਿਹੀ ਗੱਲ ਆ। ਜੇ ਸਮਾਜ ਨੂੰ ਸੁਧਾਰਨਾ ਨਾ, ਤਾਂ ਤੁਸੀਂ ਉਹ ਸਾਰੀਆਂ ਲਿਖਤਾਂ ਦਾ, ਉਹ ਸਾਰੀ ਜਿੱਥੇ ਸਾਰੀ ਵੰਡ ਪਈ ਆ, ਉਹਨਾਂ ਸਾਰੇ ਪੁਰਾਣੇ ਗ੍ਰੰਥਾਂ ਦਾ, ਉਹ ਸਾਰੀ ਸੋਚ ਦਾ ਖੰਡਨ ਕਰੋ। ਜੇ ਇੱਕ ਸਮਾਜ ਸਿਰਜਣਾ ਬਰਾਬਰ ਇਕੁਐਲਿਟੀ ਵਾਲਾ ਹੈ ਨਾ, ਇਸ ਕਰਕੇ ਉਵੇਂ ਹੀ ਖੰਡਨ ਕਰੋ ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਜਿਵੇਂ ਮਹਾਤਮਾ ਬੁੱਧ ਨੇ ਕੀਤਾ ਸੀ। ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਸੀ, ਉਸ ਟਾਈਮ ਬਹੁਤ ਵਿਰੋਧ ਹੋਇਆ ਉਹਨਾਂ ਦਾ, ਵੀ ਤੁਸੀਂ ਆਹ ਰਿਜ਼ਰਵੇਸ਼ਨ ਜਿਹੜੀ ਦਿੰਦੇ ਹੋ ਨਾ, ਇਹਦੇ ਨਾਲ ਵੀ ਕੁਛ ਨਹੀਂ ਹੋਣਾ, ਇਹਦੇ ਨਾਲ ਇਹਨਾਂ ਦਾ ਸ਼ੋਸ਼ਣ ਬੰਦ ਨਹੀਂ ਹੋਣਾ, ਇਹ ਦਰਜਾ ਬਦਰਜੀ ਖਤਮ ਨਹੀਂ ਹੋਣੀ। ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਰਿਜ਼ਰਵੇਸ਼ਨ ਦੇ ਕੇ ਉਹਨਾਂ ਨੂੰ ਉੱਤੇ ਲੈ ਆਵਾਂਗੇ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਸੋ ਉਹ ਪ੍ਰਿੰਸੀਪਲਸ ਕੁਛ ਹੋਰ ਆ। ਬਾਬਾ ਸਾਹਿਬ ਕਹਿੰਦੇ ਹੁੰਦੇ ਸੀ ਵੀ ਸੈਪਰੇਟ ਇਲੈਕਟੋਰੇਟ ਦਿਓ ਇਹਨਾਂ ਨੂੰ, ਇਹ ਆਪਦੇ ਲੀਡਰ ਵੀ ਪੈਦਾ ਕਰ ਸਕਣ, ਆਪਦੇ ਸਮਾਜ 'ਚੋਂ ਉਹ ਲੀਡਰ ਪੈਦਾ ਕਰ ਸਕਣ ਜੋ ਇਹਨਾਂ ਦੇ ਹਿੱਤਾਂ ਦੀ ਰੱਖਿਆ ਕਰੇ। ਨਹੀਂ ਤਾਂ ਜੇ ਤੁਸੀਂ ਰਿਜ਼ਰਵੇਸ਼ਨ ਦਿੱਤੀ ਆ, ਉਹਦੇ ਨਾਲ ਇਕੱਲੀ ਸੈਪਰੇਟ ਇਲੈਕਟੋਰੇਟ ਨਹੀਂ ਆ, ਤਾਂ ਤੁਸੀਂ ਇਹਨਾਂ ਦੇ ਵਿੱਚ ਵੀ ਉਹੀ ਲੀਡਰ ਵਾੜੋਗੇ, ਇਹਨਾਂ ਦੇ ਲੀਡਰ ਜਿਹੜੇ ਤੁਹਾਡੇ ਵਾਂਗੂ ਜਾਂ ਤੁਹਾਡੀ ਵਿਚਾਰਧਾਰਾ ਨੂੰ ਸਪੋਰਟ ਕਰਨ। ਹੁਣ ਲੜਾਈ ਜਿਹੜੀ ਆ ਕੇਂਦਰ ਸਰਕਾਰ ਦੇ ਨਾਲ, ਜਿਹੜੀ ਸਿੱਧੇ ਤੌਰ 'ਤੇ ਜਿਹੜੀ ਪੰਜਾਬ ਦੀ ਲੜਾਈ ਮੰਨੀ ਜਾ ਰਹੀ ਆ, ਬਿੱਲ ਰੱਦ ਕਰਾਉਣੇ, ਆਰਡੀਨੈਂਸ ਜਾਂ ਪੰਜਾਬ ਪਾਣੀ ਹੋ ਗਿਆ, ਪਾਣੀ ਦਾ ਮੁੱਦਾ ਹੋ ਗਿਆ, ਜਾਂ ਬਿਜਲੀ ਦਾ ਮੁੱਦਾ, ਜਾਂ ਪੰਜਾਬੀ ਭਾਸ਼ਾ ਜਿਹੜੀ ਖਤਮ ਕੀਤੀ ਜਾ ਰਹੀ ਕਈ ਸੂਬਿਆਂ ਦੇ ਵਿੱਚੋਂ, ਸਿਰਫ ਬਿੱਲ ਰੱਦ ਕਰਾਉਣ ਤੱਕ ਹੋਏਗੀ, ਜਾਂ ਪੰਜਾਬੀਅਤ ਦਾ ਮੁੱਦਾ, ਪਾਣੀ ਦਾ ਮੁੱਦਾ ਜਾਂ ਬਿਜਲੀ ਦਾ ਮੁੱਦਾ ਵੀ ਹੋਏਗਾ ਜੀ? ਦੇਖੋ, ਮੈਨੂੰ ਤਾਂ ਐਂ ਲੱਗਦਾ ਵੀ ਇਕੱਲੀ ਬਿੱਲ ਰੱਦ ਕਰਾਉਣ, ਮੰਨ ਲਓ ਬਿੱਲ ਰੱਦ ਵੀ ਹੋ ਜਾਣ, ਫਿਰ ਪੰਜਾਬ ਬਹੁਤ ਚੰਗਾ ਸੀ। ਇਹ ਤੋਂ ਪਹਿਲਾਂ ਫਿਰ ਸਾਡੇ ਨਸ਼ੇ ਹੈ ਨਹੀਂ ਸੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਹੈ ਨਹੀਂ ਸੀ, ਕਿਸਾਨਾਂ 'ਤੇ ਕਰਜ਼ੇ ਹੈ ਨਹੀਂ ਸੀ, ਸਾਡੇ ਪ੍ਰਵਾਸ ਹੈ ਨਹੀਂ ਸੀ। ਗੁਰੂਆਂ ਦੀ ਧਰਤੀ ਤੋਂ, ਇਸ ਧਰਤੀ ਤੋਂ ਐਡੀ ਜ਼ਰਖੇਜ਼ ਜ਼ਮੀਨ ਹੋਵੇ, ਠੀਕ ਆ, ਉੱਥੋਂ ਹਰ ਮੁੰਡਾ ਅੱਜ ਇਹ ਚਾਹੁੰਦਾ ਵੀ ਮੈਂ ਕੈਨੇਡਾ ਅਮਰੀਕਾ ਤੁਰ ਜਾ। ਫਿਰ ਸਾਡੇ ਅਨਇੰਪਲੋਇਮੈਂਟ ਹੈ ਨਹੀਂ ਸੀ। ਸੋ ਕੱਲੀ ਸਾਡੀ ਲੜਾਈ ਜੇ ਅਸੀਂ ਇਹ ਸੋਚੀਏ ਵੀ ਬਿੱਲਾਂ ਤਾਂ ਹੀ ਆ, ਤਾਂ ਇਹ ਇੱਕ ਅਧੂਰਾ ਸੱਚ ਜਾਂ ਇਹ ਝੂਠ ਹੋਊਗਾ। ਕਿਸਾਨਾਂ ਦੀ ਗੱਲ ਕਰਦੇ ਹਾਂ, ਕਿਸਾਨ ਜਥੇਬੰਦੀਆਂ ਦੀ ਕਿਤੇ ਨਾ ਕਿਤੇ ਧਰਨੇ ਪ੍ਰਦਰਸ਼ਨ ਜਿਹੜੇ ਆ ਉਹ ਫੇਲ ਹੁੰਦੇ ਰਹੇ। ਕਿਸਾਨਾਂ ਦੀ ਗੱਲ ਹੋਵੇ ਜਾਂ ਸਿੱਖਾਂ ਦੇ ਧਰਨਾ ਪ੍ਰਦਰਸ਼ਨ ਦੀ ਗੱਲ ਹੋਵੇ, ਬਰਗਾੜੀ ਦਾ ਹੋਵੇ ਜਾਂ ਕੋਈ ਹੋਰ ਜਿਹੜੇ ਹੋਣ ਧਰਨੇ ਪ੍ਰਦਰਸ਼ਨ, ਇਹੋ ਜਿਹੀ ਕੀ ਰਣਨੀਤੀ ਇਹਨਾਂ ਧਰਨਿਆਂ ਦੇ ਵਿੱਚ ਤੁਸੀਂ ਲੈ ਕੇ ਆਓਗੇ ਕਿ ਜਿਵੇਂ ਸਰਕਾਰ ਦੇ ਨਾਲ ਕਿਤੇ ਨਾ ਕਿਤੇ ਕਿਸਾਨ ਵੀ ਜਾ ਕੇ ਮਿਲ ਜਾਂਦੇ ਆ? ਹਾਂਜੀ, ਕਿਸਾਨ ਆਗੂ ਕਈ ਆਪਾਂ ਜੇ ਸਿੱਧੇ ਤੌਰ 'ਤੇ ਗੱਲ ਕਰੀਏ ਤਾਂ ਵਿਕਾਊ ਨਿਕਲ ਆਉਂਦੇ ਨੇ ਕਈ ਇਹੋ ਜਿਹੇ ਤੁਹਾਡੇ ਵਿੱਚ ਕੀ ਰਣਨੀਤੀ ਰੂਪ ਰੇਖਾ ਕੀ ਲੈ ਕੇ ਆਓਗੇ ਕਿ ਜਿਹੜੀ ਇਹਨਾਂ ਤੋਂ ਸਭ ਤੋਂ ਵੱਖਰੀ ਹੋਵੇ, ਧਰਨਾ ਫੇਲ ਨਾ ਹੋਵੇ, ਜਿਹੜੇ ਪ੍ਰਦਰਸ਼ਨ ਫੇਲ ਨਾ ਹੋਣ? ਬਾਈ ਦੇਖੋ, ਦੋ ਗੱਲਾਂ ਹੁੰਦੀਆਂ। ਇੱਕ ਤਾਂ ਧਰਨਿਆਂ ਤੋਂ ਤੁਹਾਡੀ ਪ੍ਰਾਪਤੀ ਕੀ ਆ। ਕਿਸਾਨ ਜਥੇਬੰਦੀਆਂ ਨੇ ਤਾਂ ਆਪਦੇ ਕਿਸਾਨਾਂ ਦੇ ਲਈ ਮਾੜਾ ਮੋਟਾ ਕੁਛ ਖਿੱਚ ਲਿਆਉਣਾ, ਮੰਨ ਲਓ ਜੇ ਖਿੱਚ ਵੀ ਲਿਆਏ ਤਾਂ MSP ਲੈ ਆਏ, ਉਹ ਪ੍ਰਾਪਤੀ ਮੰਨ ਲੈਣਗੇ, ਪਰ ਉਹ ਕੋਈ ਪ੍ਰਾਪਤੀ ਨਹੀਂ ਹੋਈ।
MSP ਤਾਂ ਪਹਿਲਾਂ ਵੀ ਸੀਗੀ। MSP ਮੈਂ ਉਹੀ ਕਿਹਾ, MSP ਦੇ ਆਉਣ ਨਾਲ ਕਰਜ਼ਾ ਕਿਸਾਨਾਂ 'ਤੇ ਖਤਮ ਹੋ ਜੂ, ਮਜ਼ਦੂਰਾਂ ਦਾ ਸ਼ੋਸ਼ਣ ਖਤਮ ਹੋ ਜੂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਜਾਣਗੀਆਂ। ਕਿਸਾਨ ਜਿਸ ਤਰ੍ਹਾਂ ਦੱਬੇ ਪਏ ਆ, ਜਿਸ ਤਰ੍ਹਾਂ ਕਿਸਾਨਾਂ ਦੀ ਅੱਜ ਦੀ ਹਾਲਤ ਆ, ਦੁਰਦਸ਼ਾ ਕਰਦੀਆਂ ਸਰਕਾਰਾਂ, ਉਹ ਠੀਕ ਹੋ ਜੂ। ਨਹੀਂ ਹੋਣਾ। ਅਸੀਂ ਇਹ ਗੱਲ ਸਮਝੀਏ ਵੀ ਆਪਦੇ ਆਪ ਨੂੰ ਇੱਕ ਦਾਇਰੇ 'ਚ ਬੰਦ ਨਾ ਕਰੀਏ। ਲੋਕਾਂ 'ਚ ਉਭਾਰ ਆ, ਲੋਕਾਂ ਨੇ ਅੰਦੋਲਨ ਖੜਾ ਕੀਤਾ, ਲੋਕਾਂ 'ਚ ਬਹੁਤ ਤਰ੍ਹਾਂ ਦੇ ਮਸਲਿਆਂ ਨੂੰ ਲੈ ਕੇ ਗੁੱਸਾ ਉਹ ਪ੍ਰਗਟ ਰੂਪ 'ਚ ਸਾਹਮਣੇ ਆਇਆ, ਸਾਂਝੇ ਤੌਰ 'ਤੇ ਸਾਹਮਣੇ ਆਇਆ। ਗੱਲ ਇਕੱਲੀ ਕਿਸਾਨੀ ਦੀ ਨਹੀਂ ਆ, ਗੱਲ ਪੰਜਾਬ ਦੀ ਹੋਂਦ ਦੀ ਆ। ਜੇ ਅਸੀਂ ਇਹ ਗੱਲ ਨਹੀਂ ਸਮਝਾਂਗੇ ਤਾਂ ਮੈਨੂੰ ਲੱਗਦਾ ਨਿਕਲਣਾ ਇਹਦੇ 'ਚੋਂ ਵੀ ਕੁਛ ਨਹੀਂ ਫਿਰ, ਹੈ ਨਾ। ਸੋ ਮੈਂ ਇਸ ਕਰਕੇ ਹਮੇਸ਼ਾ ਹੀ ਇਹ ਗੱਲ ਬੜੇ ਬੇਨਤੀ ਦੇ ਤੌਰ 'ਤੇ ਸਾਰਿਆਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਇੱਕ ਲਾਰਜਰ ਪਰਸਪੈਕਟਿਵ ਨੂੰ ਸੋਚ ਕੇ ਚੱਲੋ। ਸਾਡੀ ਹੋਂਦ 'ਤੇ ਗੱਲ ਆਈ ਹੋਈ ਆ। ਜੇ ਅਸੀਂ ਸਿਰਫ ਕਿਸਾਨੀ ਤੱਕ ਦੇਖੋ, ਕਿਸਾਨੀ ਨੂੰ ਪ੍ਰਾਇੋਰਟੀ ਦਿਓ, ਉਹਨੂੰ ਪਹਿਲ ਦੇਵਾਂਗੇ ਅਸੀਂ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਹਰ ਟਾਈਮ ਹਰ ਮੁੱਦੇ ਹੈਂਡਲ ਨਹੀਂ ਹੁੰਦੇ, ਸਾਨੂੰ ਪ੍ਰਾਇੋਰਟਾਈਜ਼ ਕਰਨੇ ਪੈਂਦੇ। ਅੱਜ ਕਿਸਾਨੀ ਦੇ ਮੁੱਦਿਆਂ ਨੂੰ ਪਹਿਲ ਦੇਵਾਂਗੇ ਅਸੀਂ, ਪਰ ਗੱਲਾਂ ਹੋਰ ਵੀ ਬਹੁਤ ਆ, ਮਸਲੇ ਹੋਰ ਵੀ ਬਹੁਤ ਆ, ਮੁੱਦੇ ਹੋਰ ਵੀ ਬਹੁਤ ਆ। ਸਾਨੂੰ ਉਹਨਾਂ 'ਤੇ ਵੀ ਕੌਨਸਨਟਰੇਟ ਕਰਨਾ ਪੈਣਾ, ਉਹਨਾਂ 'ਤੇ ਵੀ ਸਾਨੂੰ ਉਹਨਾਂ ਦੇ ਵੀ ਹੱਲ ਲੱਭਣੇ ਪੈਣੇ ਆ। ਹੁਣ ਕਰੋਗੇ ਕੀ? ਕਿਸਾਨਾਂ ਦੇ ਨਾਲ ਚੱਲੋਗੇ ਜਾਂ ਸਿਆਸੀ ਪਾਰਟੀਆਂ ਨਾਲ ਤੁਹਾਡੀ ਕਿਸੇ ਨਾਲ ਗੱਲ ਹੋਈ ਆ? ਪੰਜਾਬ ਗੌਰਮੈਂਟ ਨਾਲ ਗੱਲ ਹੋਈ ਆ? ਸ਼੍ਰੋਮਣੀ ਅਕਾਲੀ ਦਲ ਜਿਹੜਾ ਕੁਝ ਦਿਨ ਪਹਿਲਾਂ ਭਾਈਵਾਲ ਸੀ ਭਾਜਪਾ ਦਾ, ਉਹਨਾਂ ਨਾਲ ਗੱਲ ਹੋਈ ਹੈ? ਕਰੋਗੇ ਕੀ? ਨੀਤੀ ਕੀ ਹੋਏਗੀ ਅਗਲੀ? ਬਾਈ ਦੇਖੋ, ਮੇਰੀ ਕਿਸੇ ਸਿਆਸੀ ਪਾਰਟੀ ਨਾਲ ਗੱਲ ਨਹੀਂ ਹੋਈ। ਫਿਰ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਆ। ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਵੀ ਆਈ ਸਪੋਰਟ ਯੂ, ਮੈਂ ਤੁਹਾਡੇ ਨਾਲ ਹਾਂ ਜੀ, ਤੁਹਾਡੇ ਤੋਂ ਬਾਹਰ ਤਾਂ ਨਹੀਂ ਆ, ਪਰ ਮੈਂ ਇੱਕ ਲਾਰਜਰ ਪਰਸਪੈਕਟਿਵ 'ਚ ਵੀ ਚੀਜ਼ ਨੂੰ ਦੇਖਦਾ। ਪਹਿਲਾ ਮਸਲਾ ਕਿਸਾਨੀ ਦਾ, ਪਹਿਲਾਂ ਕਿਸਾਨ ਆ, ਪਰ ਇਹਦੇ ਨਾਲ ਪੰਜਾਬ ਦੇ ਹੋਰ ਵੀ ਮਸਲੇ ਕੰਸੀਡਰ ਹੋਣੇ ਚਾਹੀਦੇ ਆ, ਹੈ ਨਾ। ਉਹ ਕਹਿੰਦੇ ਅਸੀਂ ਇਸ ਗੱਲ 'ਚ ਸੋਚਾਂਗੇ, ਪਰ ਤੁਸੀਂ ਕੋਈ ਨਹੀਂ ਨਾਲ ਰਹੋ। ਮੈਂ ਨਾਲ ਹੈਗਾ, ਪਰ ਮੈਂ ਇੱਕ ਆਪਦੇ ਇਸ ਸਾਡੇ ਜਿਹੜੇ ਇੰਟਲੈਕਚੁਅਲ ਵਰਗ ਆ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੇ ਇਹ ਗੱਲ ਸਾਂਝੇ ਤੌਰ 'ਤੇ ਰੱਖੀ ਵੀ ਸੰਘਰਸ਼ਾਂ 'ਚ ਤੁਹਾਨੂੰ ਨਾ ਬਿਰਤਾਂਤ ਵੀ ਰਚਣੇ ਪੈਂਦੇ ਹੁੰਦੇ ਆ, ਤੁਹਾਨੂੰ ਤੁਹਾਡਾ ਨੈਰੇਟਿਵ ਸੈੱਟ ਕਰਨਾ ਪੈਂਦਾ। ਇਸ ਕਰਕੇ ਇੱਕ ਸਾਡਾ ਜਿਹੜਾ ਪੱਕੇ ਤੌਰ 'ਤੇ ਮੋਰਚਾ ਸ਼ੰਭੂ ਲੱਗਣਾ ਚਾਹੀਦਾ, ਜਿੱਥੇ ਅਸੀਂ ਨੈਸ਼ਨਲ ਲੈਵਲ ਦੇ ਐਕਟਿਵਿਸਟ ਲੀਡਰਸ ਵੀ ਬੁਲਾਈਏ, ਪੋਲੀਟੀਕਲ ਪਾਰਟੀਜ਼ ਤੋਂ ਜਿਹੜੇ ਦੂਰ ਹੋਣ, ਜਿੱਥੇ ਅਸੀਂ ਪੰਜਾਬ ਦੇ ਬੁੱਧੀਜੀਵੀ ਵੀ ਬੁਲਾਈਏ, ਜਿੱਥੇ ਕੁਝ ਤਰ੍ਹਾਂ ਦੇ ਪਲੇਜ਼ ਵੀ ਹੋਣ ਜਿਹੜੇ ਕਿ ਇੱਕ ਚੇਤਨਾ ਪੈਦਾ ਕਰ ਸਕਣ, ਅਤੇ ਇੱਕ ਉਹ ਮੰਚ ਲੋਕਾਂ ਦਾ ਮੰਚ ਹੋਵੇ ਜਿੱਥੇ ਕੋਈ ਵੀ ਆ ਕੇ ਸੰਬੋਧਨ ਕਰ ਸਕਦਾ। ਮੰਥਨ ਹੋਏ, ਹਾਂ, ਉੱਥੇ ਮੰਥਨ ਕਰੀਏ, ਮੰਥਨ ਤੋਂ ਕੋਈ ਨਾ ਕੋਈ ਗਾਂਹ ਰਾਹ ਲੱਭੀਏ। ਸੋ ਇਹੀ ਸਾਡੀ ਇਸ ਟਾਈਮ ਰਣਨੀਤੀ ਹੈ ਜੀ। ਕਸ਼ਮੀਰੀਆਂ ਦੀ ਤੁਸੀਂ ਗੱਲ ਕੀਤੀ ਆ, ਜਿਵੇਂ ਦੇਖ ਰਹੇ ਹਾਂ ਅਸੀਂ ਕਿ ਹੁਣੇ ਜਾਂ ਭਾਜਪਾ ਦੀ ਕਾਂਗਰਸ ਦੇ ਯੂਥ ਆਗੂਆਂ ਨਾਲ ਝੜਪ ਹੋਈ ਆ, ਅੰਮ੍ਰਿਤਸਰ ਹੋਈ ਆ, ਲੁਧਿਆਣੇ ਹੋਈ ਆ। ਇੱਕ ਸਾਡਾ ਜਿਹੜਾ ਪੱਕੇ ਤੌਰ 'ਤੇ ਮੋਰਚਾ ਸ਼ੰਭੂ ਲੱਗਣਾ ਚਾਹੀਦਾ, ਜਿੱਥੇ ਅਸੀਂ ਨੈਸ਼ਨਲ ਲੈਵਲ ਦੇ ਐਕਟਿਵਿਸਟ ਲੀਡਰਸ ਵੀ ਬੁਲਾਈਏ, ਪੋਲੀਟੀਕਲ ਪਾਰਟੀਜ਼ ਤੋਂ ਜਿਹੜੇ ਦੂਰ ਹੋਣ, ਜਿੱਥੇ ਅਸੀਂ ਪੰਜਾਬ ਦੇ ਬੁੱਧੀਜੀਵੀ ਵੀ ਬੁਲਾਈਏ, ਜਿੱਥੇ ਕੁਝ ਤਰ੍ਹਾਂ ਦੇ ਪਲੇਜ਼ ਵੀ ਹੋਣ ਜਿਹੜੇ ਕਿ ਇੱਕ ਚੇਤਨਾ ਪੈਦਾ ਕਰ ਸਕਣ, ਅਤੇ ਇੱਕ ਉਹ ਮੰਚ ਲੋਕਾਂ ਦਾ ਮੰਚ ਹੋਵੇ ਜਿੱਥੇ ਕੋਈ ਵੀ ਆ ਕੇ ਸੰਬੋਧਨ ਕਰ ਸਕਦਾ। ਨਹੀਂ ਸਮਝਾਂਗੇ ਤਾਂ ਫਿਰ ਆਪਦੀ ਆਤਮਾ ਤੋਂ, ਆਪਦੀ ਜ਼ਮੀਰ ਤੋਂ ਦੂਰ ਭੱਜ ਰਹੇ ਹਾਂ ਅਸੀਂ। ਕਿਸੇ ਨੂੰ ਮਾੜਾ ਮੋਟਾ ਕਿਸੇ ਨੇ ਕੋਈ ਪ੍ਰਧਾਨ ਲਾਤਾ, ਚੇਅਰਮੈਨ ਲਾਤਾ, ਬਲਾਕ ਸੰਮਤੀ ਦਾ ਪ੍ਰਧਾਨ ਲਾਤਾ, ਜ਼ਿਲ੍ਹੇ ਦਾ ਪ੍ਰਧਾਨ ਲਾਤਾ, ਜਾਂ ਹੋਰ MLA ਦੀ ਟਿਕਟ ਦੀ ਕਿਸੇ ਨੂੰ ਉਹ ਪ੍ਰੋਮਿਸ ਕਰਤਾ, ਇਹਨਾਂ ਗੱਲਾਂ ਨੇ ਸਾਨੂੰ ਕੁਛ ਨਹੀਂ ਦੇਣਾ। ਅਤੇ ਅਸੀਂ ਜੇ ਕਹੀਏ ਵੀ ਇਸ ਛੋਟੀ ਜਿਹੀ ਪ੍ਰਾਪਤੀ ਲਈ ਮੈਂ ਆਪਦੀ ਜ਼ਮੀਰ ਨੂੰ ਦੀ ਆਵਾਜ਼ ਨਾ ਸੁਣਾ, ਆਪਦੇ ਆਪ ਨੂੰ ਵੇਚਦਾ, ਤਾਂ ਫਿਰ ਸਾਡੇ ਇੱਥੇ ਜੇ ਅਸੀਂ ਕਹੀਏ ਕੋਈ ਚੇਂਜ ਆਊਗੀ ਜਾਂ ਪੰਜਾਬ ਸੁਧਰੂਗਾ ਜਾਂ ਸਮਾਜ ਸੁਧਰੂਗਾ, ਉਹ ਨਹੀਂ ਹੋਣਾ। ਜਿਵੇਂ ਜੇ ਕਸ਼ਮੀਰ ਵਾਂਗੇ ਪੰਜਾਬ ਦੇ ਹਾਲਾਤ ਕਰ ਦਿੱਤੇ ਜਾਣ ਤਾਂ ਫਿਰ ਕੀ ਕਰਾਂਗੇ ਅਗਲੀ? ਫਿਰ ਕੀ ਹੋਏਗਾ? ਬਾਈ ਜੀ ਆਏ ਆ ਅੱਜ ਪੰਜਾਬ ਦੇਖੋ, ਸਟੇਟ ਬਹੁਤ ਪਾਵਰਫੁਲ ਆ। ਇੱਥੇ ਇਸ ਟਾਈਮ ਉਹ ਐਮਰਜੈਂਸੀ ਇਨਵੋਕ ਕਰਨ ਦਾ ਸੋਚ ਰਹੇ ਆ। ਹੋ ਸਕਦਾ ਸਾਡੇ ਤੋਂ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਆ ਨਾ, ਸਾਡੇ ਅਧਿਕਾਰ ਆ, ਉਹ ਲੈ ਲਏ ਜਾਣ, ਐਮਰਜੈਂਸੀ ਇਨਵੋਕ ਹੋ ਜੇ। ਪਰ ਜਿਹੜਾ ਨੈਰੇਟਿਵ ਪੰਜਾਬ ਸੈੱਟ ਕਰ ਜੂਗਾ ਵਰਲਡ ਓਵਰ, ਸਾਡੇ ਬਹੁਤ NRIs ਬੈਠੇ ਆ, ਸਾਡੇ ਹੋਰ ਜਿਹੜਾ ਨੈਟਵਰਕ ਇੰਨਾ ਸਟਰੋਂਗ ਹੈ ਇਸ ਟਾਈਮ ਵੀ ਵਰਲਡ ਓਵਰ ਸਾਡੀ ਆਵਾਜ਼ ਜਾਊਗੀ, ਹੈ ਨਾ। ਉਹ ਨੈਰੇਟਿਵ ਸੈੱਟ ਹੋ ਜੂਗਾ ਨਾ, ਉਹ ਇੱਕ ਰੈਵੋਲਿਊਸ਼ਨ ਪੈਦਾ ਕਰ ਜੂਗਾ। ਉਹ ਰੈਵੋਲਿਊਸ਼ਨ ਜਾਂ ਉਹ ਵਿਦਰੋਹ ਜਾਂ ਉਹ ਜਿਹੜਾ ਮੁਹਿੰਮ ਆ, ਅੰਦੋਲਨ ਆ, ਇੰਨਾ ਸਟਰੋਂਗ ਹੋਊ ਵੀ ਇਸ ਪੂਰੇ ਖਿੱਤੇ ਦੀ ਜੀਓ ਪੋਲੀਟਿਕਸ ਨੂੰ ਇਫੈਕਟ ਕਰੂਗਾ। ਅਦਰਵਾਈਜ਼ ਤੁਸੀਂ ਦੇਖ ਲਓ, ਮੋਦੀ ਤੋਂ ਲੈ ਕੇ
ਜਾਂ ਟਰੰਪ ਤੋਂ ਲੈ ਕੇ ਮੋਦੀ ਤੱਕ ਇੱਕੋ ਹੀ ਤਰ੍ਹਾਂ ਦੀ ਪੋਲੀਟਿਕਸ ਜਾਂ ਇੱਕੋ ਹੀ ਤਰ੍ਹਾਂ ਦੀ ਸੋਚ ਜਿੱਤ ਰਹੀ ਹੈ ਇਸ ਟਾਈਮ ਦੁਨੀਆ 'ਚ। ਸਾਨੂੰ ਉਹਦੇ ਨਾਲ ਲੜਨਾ, ਉਹਦੇ ਖਿਲਾਫ ਨੈਰੇਟਿਵ ਆਪਦਾ ਸੈੱਟ ਕਰਨਾ। ਉਹ ਸੋਚ ਕੀ ਆ, ਰੈਡੀਕਲਸ ਹੋ ਗਏ ਆ। ਟਰੰਪ ਨੇ ਅਮਰੀਕਨਾਂ ਨੂੰ ਡਰਾ ਕੇ ਉੱਥੇ ਸਰਕਾਰ ਬਣਾ ਲਈ, ਮੋਦੀ ਨੇ ਇੰਡੀਅਨਸ ਨੂੰ ਬਹੁ ਗਿਣਤੀ ਨੂੰ ਡਰਾ ਕੇ ਸਰਕਾਰ ਬਣਾ ਲਈ, ਹੈ ਨਾ। ਸੋ ਇਸ ਕਰਕੇ ਜੇ ਅਸੀਂ ਦੇਖੀਏ ਤਾਂ ਇਹ ਜਿਹੜਾ ਡਰ ਪੈਦਾ ਕਰਦੇ ਆ ਨਾ ਇਸ 'ਚ ਬਹੁਤ ਵੱਡੀ ਲਾਮਬੰਦੀ ਕਰ ਲੈਂਦੇ ਆ ਇਹ, ਹੈ ਨਾ। ਇਹਦੇ ਨਾਲ ਲੜਨਾ, ਹੁਣ ਅਸੀਂ ਆਪਦਾ ਨੈਰੇਟਿਵ ਇਹਦੇ ਖਿਲਾਫ ਖੜ੍ਹਾ ਕਰਨਾ। ਅਸੀਂ ਜਿਹੜੀ ਗੱਲ ਕਰਨੀ ਆ ਉਹ ਨਾ ਐਕਸਟ੍ਰੀਮ ਲੈਫਟ ਆ ਨਾ ਐਕਸਟ੍ਰੀਮ ਰਾਈਟ ਆ। ਅਸੀਂ ਕਹਿੰਦੇ ਹਾਂ ਸਭ ਵਰਗਾਂ ਨੂੰ ਨਾਲ ਲੈ ਕੇ ਚੱਲੋ। ਹਰ ਵਰਗ ਲਈ ਜਿੱਥੇ ਅਸੀਂ ਵੱਸਦੇ ਹੋਈਏ ਉੱਥੇ ਉਹ ਸੇਫ ਐਂਡ ਸਿਕਿਉਰ ਫੀਲ ਕਰਦੇ ਹੋਣ। ਹਰ ਵਰਗ ਦੀ ਸਪੇਸ ਹੋਵੇ ਜਿਵੇਂ ਕਿ ਦੂਜੇ ਕਿਸੇ ਦੀ ਆ। ਤਾਂ ਇੱਥੇ ਬਹੁ ਗਿਣਤੀ ਘੱਟ ਗਿਣਤੀ ਦਾ ਕੋਈ ਫਰਕ ਨਹੀਂ ਆ। ਵੰਨ ਸਵੰਨਤਾ ਨੂੰ ਅਸੀਂ ਮਾਣ ਸਨਮਾਨ ਦਈਏ। ਇਸ ਟਾਈਮ ਜਿਹੜੀ ਵਿਚਾਰਧਾਰਾ ਜਿੱਤ ਰਹੀ ਆ ਵਰਲਡ ਓਵਰ, ਉਹ ਇਸ ਗੱਲ ਦੇ ਅਗੇਂਸਟ ਆ। ਤੁਸੀਂ ਦੇਖ ਲਓ, ਪਰ ਇਹ ਬਾਹਲੀ ਦੇਰ ਨਹੀਂ ਟਿਕਦੀ ਹੁੰਦੀ। ਜੇ ਨੈਪੋਲੀਅਨ ਨਹੀਂ ਟਿਕਿਆ, ਹਿਟਲਰ ਨਹੀਂ ਟਿਕਿਆ, ਤਾਂ ਇਹਨਾਂ ਨੇ ਵੀ ਨਹੀਂ ਟਿਕਣਾ। ਅੱਜ ਗੱਲ ਕਰਦੇ, ਜਿਵੇਂ ਤੁਸੀਂ RSS ਦੀ ਗੱਲ ਕੀਤੀ, ਤੁਹਾਨੂੰ ਫੋਨ ਵੀ ਆਇਆ RSS ਤੋਂ, ਅਤੇ ਕਿਤੇ ਨਾ ਕਿਤੇ ਉਹਨਾਂ ਕਿਹਾ ਕਿ ਸਾਡਾ ਆਪਣਾ ਹੀ ਬੰਦਾ, ਜੇ ਸਨੀ ਦਿਓਲ ਦੀ ਗੱਲ ਕੀਤੀ ਵੀ ਸਨੀ ਦਿਓਲ ਨਾਲ ਰਹਿੰਦਾ ਆਪਣਾ, ਕਿ ਸਨੀ ਦਿਓਲ ਵੀ RSS ਦਾ ਬੰਦਾ? ਨਹੀਂ ਜੀ, ਸਨੀ ਬਾਈ RSS ਦੇ ਬੰਦੇ ਨਹੀਂ ਆ। ਹਾਂ, ਉਹ BJP ਤੋਂ MP ਜ਼ਰੂਰ ਆ ਔਰ ਅਗਲੀ ਗੱਲ ਇਹ ਆ ਵੀ ਉਹ ਪੰਜਾਬ 'ਚ ਜੰਮੇ ਪਲੇ ਨਹੀਂ ਆ। ਉਹ ਮਰਾਠਵਾੜਾ 'ਚ ਜੰਮੇ, ਉੱਥੇ ਪਲੇ ਆ। ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਨਹੀਂ ਆ ਸਮਝ। ਹੁਣ ਜਦੋਂ 4 ਬੰਦੇ ਜਾਂ ਉਹ ਦਿੱਲੀ ਜਾ ਕੇ ਬੈਠੇ ਹੋਣਗੇ, ਹੈ ਨਾ, ਪੰਜਾਬ ਦੇ ਮੁੱਦਿਆਂ ਬਾਰੇ ਸਮਝ ਨਹੀਂ, ਪਰ ਪੰਜਾਬੀਅਤ ਦਾ ਢੋਲ ਪਿੱਟ ਕੇ ਇੱਕ ਉਹਨਾਂ ਵੱਲੋਂ ਜਿਹੜਾ ਖੱਟੀ, ਜਿਹੜੀ ਆਪਾਂ ਕਹਿ ਰਹੀਏ ਖੱਟੀ ਕੀਤੀ ਗਈ ਆ ਪੰਜਾਬੀਅਤ ਦੇ ਨਾਂ 'ਤੇ, ਉਹਨੂੰ ਕਿਵੇਂ ਦੇਖਦੇ ਹੋ? ਜੇ ਪੰਜਾਬ ਗੱਲ ਇਹ ਆ ਵੀ ਸਨੀ ਬਾਈ ਨੂੰ ਇਸ ਗੱਲ ਦੀ ਸਮਝ ਨਹੀਂ ਆ ਵੀ ਇਹ ਬਿੱਲ ਸਾਡੇ ਅਗੇਂਸਟ ਕਿਵੇਂ ਆ, ਹੈ ਨਾ। ਪੰਜਾਬੀਅਤ ਉਹਨਾਂ 'ਚ ਹੈਗੀ, ਪਰ ਇਸ ਗੱਲ ਦੀ ਸਮਝ ਨਹੀਂ ਆ। ਜੇ ਤੁਸੀਂ ਕਹੋ ਵੀ ਮੈਨੂੰ ਅਪੋਰਚੁਨਿਟੀ ਮਿਲੀ ਉਹਨਾਂ ਨੂੰ ਸਮਝਾਉਣ ਦੀ, ਮੇਰੇ ਕੋਲੇ ਵੀ ਫੁੱਲ ਅਪੋਰਚੁਨਿਟੀ ਨਹੀਂ ਸੀ ਉਹਨਾਂ ਨੂੰ ਸਮਝਾਉਣ ਦੀ। ਉਹਨਾਂ ਦੀ ਪਾਰਟੀ ਉਹਨਾਂ ਨੂੰ ਸਮਝਾ ਗਈ ਵੀ ਇਹ ਫਾਇਦੇਮੰਦ ਆ। ਸੋ ਵਿਚਾਰਧਾਰਕ ਵਖਰੇਵੇਂ ਆ ਨਾ। ਜੇ ਔਰ ਇੱਕ ਘਰ 'ਚ 2 ਭਰਾ ਅੱਡ ਤਰ੍ਹਾਂ ਸੋਚ ਸਕਦੇ ਆ, ਇੱਕ ਘਰ 'ਚ ਸੋਚਦੇ ਹੁੰਦੇ ਆ ਮੋਸਟਲੀ, ਹੈ ਨਾ। ਤਾਂ ਇਸ ਕਰਕੇ ਵਿਚਾਰਧਾਰਕ ਵਖਰੇਵਿਆਂ ਨੂੰ ਜੇ ਅਸੀਂ ਸਮਝਾਂਗੇ ਨਹੀਂ, ਉਹਨੂੰ ਅਸੀਂ ਸਪੇਸ ਦੇ ਕੇ ਨਹੀਂ ਚੱਲਾਂਗੇ, ਹੋ ਸਕਦਾ ਕੱਲ੍ਹ ਨੂੰ ਉਹ ਸਾਡੇ ਵਾਲੇ ਪਾਸੇ ਵੀ ਖੜ੍ਹੇ ਹੋ ਜਾਣ। ਉਨੀ ਸਪੇਸ ਤਾਂ ਰੱਖੀਏ ਨਾ ਯਾਰ। ਸਾਡੇ ਵਾਲੇ ਪਾਸੇ ਤੁਸੀਂ ਖੜ੍ਹੇ ਹੋਣ ਦੀ ਗੱਲ ਕੀਤੀ ਆ। ਹੰਸ ਜਿਹੜੇ ਦਿੱਲੀ ਤੋਂ ਛੱਡ ਕੇ, ਤੁਸੀਂ ਸੁਣਿਆ ਹੋਣਾ ਉਹਨਾਂ ਦਾ ਬਿਆਨ ਵੀ, ਕਿ ਉਹ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਵਾਂ, ਮੈਂ ਹੁਣ ਇੱਥੇ ਆ ਗਿਆ ਵਾਂ। ਪਰ ਇੱਕ ਗੱਲ ਨਾਲ ਦੀ ਨਾਲ ਉਹ ਕਹਿੰਦੇ ਆ ਕਿ ਮੈਂ ਕਿਸਾਨਾਂ ਕੋਲ ਨਹੀਂ ਜਾਣਾ, ਕਿਸਾਨ ਮੇਰੇ ਕੋਲ ਆਉਣ, ਮੈਂ ਗਾਇਕਾਂ ਨੂੰ, ਕਿਸਾਨਾਂ ਨੂੰ, ਅਦਾਕਾਰਾਂ ਨੂੰ ਨਾਲ ਲੈ ਕੇ ਪਹਿਲਾਂ ਜਾਵਾਂਗਾ, ਪ੍ਰਾਈਮ ਮਿਨਿਸਟਰ ਨਾਲ ਜਿਹੜੀ ਮੀਟਿੰਗ ਕਰਵਾਵਾਂਗਾ। ਕਿਵੇਂ ਦੇਖਦੇ ਹੋ ਤੁਸੀਂ ਹੰਸਰਾਜ ਦੇ ਬਿਆਨ ਨੂੰ? ਦੇਖੋ, ਜੇ ਉਹ ਸਹੀ ਜਾਂ ਇੱਕ ਸੱਚੀ ਅਤੇ ਸੁੱਚੀ ਗੱਲ ਕਰ ਰਹੇ ਆ, ਹੈ ਨਾ, ਜੇ ਉਹ ਇਹ ਕਹਿ ਰਹੇ ਆ ਵੀ ਮੈਂ ਕਿਸਾਨਾਂ ਨੂੰ ਅਤੇ ਜਿਹੜੇ ਕਲਾਕਾਰਾਂ ਨੂੰ ਲੈ ਕੇ ਜਾਊਂਗਾ, ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਕਰਾਊਂਗਾ, ਜੇ ਕੋਈ ਹੱਲ ਨਿਕਲ ਸਕਦਾ, ਵਾਈ ਨਾਟ। ਹੱਲ ਕੱਢਣ 'ਚ ਤਾਂ ਕੋਈ ਹਰਜ ਨਹੀਂ ਆ। ਪਰ ਜੇ ਉਹ ਹੱਲ ਕੱਢਣ ਵਾਸਤੇ ਜਿਹੜੇ ਬੰਦੇ ਜਾਣ, ਜੇ ਉਹ ਉੱਥੇ ਬੈਠ ਕੇ ਵਿਖੇ ਆਉਣ, ਜੋ ਕਿ ਹਮੇਸ਼ਾ ਹੁੰਦਾ ਆ, ਹੈ ਨਾ, ਫਿਰ ਉਹੀ ਹੋਊਗਾ ਜੋ ਪਹਿਲਾਂ ਹੁੰਦਾ ਆ। ਇਸ ਕਰਕੇ ਸਾਨੂੰ ਪੁਰਾਣੇ ਵਰਤਾਰਿਆਂ ਤੋਂ, ਪੁਰਾਣੇ ਮੂਵਮੈਂਟਸ ਤੋਂ, ਜਿਵੇਂ ਵੇਚੀਆਂ ਗਈਆਂ, ਜਿਵੇਂ ਬੰਦ ਕਮਰਿਆਂ 'ਚ ਉਹ ਫੈਸਲੇ ਲਏ ਗਏ, ਅਤੇ ਉਹਨਾਂ ਚੀਜ਼ਾਂ ਤੋਂ ਸਿੱਖ ਕੇ ਕੋਈ ਇਹੋ ਜਿਹਾ ਚੈੱਕਸ ਐਂਡ ਬੈਲੈਂਸਿਸ ਲਾ ਦੇਣੇ ਚਾਹੀਦੇ ਆ ਵੀ ਕੋਈ ਨਹੀਂ, ਤੁਸੀਂ ਕਰੋ ਗੱਲ ਜਾ ਕੇ, ਕੋਈ ਨਹੀਂ, ਤੁਸੀਂ ਕਰੋ ਸਰਕਾਰ ਨਾਲ ਗੱਲ, ਪਰ ਉਹ ਕਿਸੇ ਨਾ ਕਿਸੇ ਰੂਪ 'ਚ ਜਨਤਕ ਹੋਵੇ, ਜਾਂ ਜਨਤਾ ਦਾ ਕੋਈ ਨੁਮਾਇੰਦਾ ਉਹਨਾਂ ਨਾਲ ਬੈਠਾ ਹੋਵੇ, ਜਾਂ ਜਨਤਾ ਜਾਂ ਲੋਕ ਜਾਂ ਸੰਗਤ ਸਾਡੀ, ਕਿਸਾਨ ਆਪ, ਕੋਈ ਬੰਦਾ ਇਹੋ ਜਿਹਾ ਚੁਣਨ ਜਿਹਦੇ 'ਤੇ ਪੂਰਨ ਤੌਰ 'ਤੇ ਵਿਸ਼ਵਾਸ ਹੋਵੇ ਵੀ ਇਸ ਬੰਦੇ ਨੇ ਨਹੀਂ ਸਰਕਾਰ ਦੇ ਹੱਕ 'ਚ ਭੁਗਤਣਾ, ਇਹ ਸਾਡਾ ਬੰਦਾ ਹੀ ਆ। ਜਾਂ ਕੋਈ ਹੋਰ ਚੈੱਕਸ ਐਂਡ ਬੈਲੈਂਸਿਸ ਅਸੀਂ ਲਾਈਏ ਜਿੱਥੋਂ ਸਾਨੂੰ ਇਹ ਲੱਗੇ ਵੀ ਇਹ ਮੂਵਮੈਂਟ ਨਾ ਵੇਚੀ ਜਾ ਸਕੇ। ਸੋ ਅਦਰਵਾਈਜ਼ ਸੰਵਾਦ ਕਰਨ 'ਚ ਜੇ ਦਿੱਲੀ ਕਹਿੰਦੀ ਆ ਵੀ ਸੰਵਾਦ ਕਰਨਾ, ਕੋਈ ਹਰਜ ਨਹੀਂ ਹੈ, ਕਰੋ। ਜਾਂ ਤਾਂ ਤੁਸੀਂ ਸਾਨੂੰ ਸਮਝਾ ਦਿਓ ਜਾਂ ਅਸੀਂ ਤੁਹਾਨੂੰ ਸਮਝਾ ਦਿੰਦੇ ਹਾਂ। ਰਾਜਨੀਤਿਕ ਪਾਰਟੀਆਂ ਜਾਂ ਕਿਸਾਨ ਜਥੇਬੰਦੀਆਂ, ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਇੱਕ ਝੰਡੇ ਥੱਲੇ? ਬਈ ਐਂ ਹੁੰਦਾ ਨਹੀਂ ਹੁੰਦਾ। ਇੱਕ ਗੱਲ ਤਾਂ ਉਸੇ ਆ ਰਿਹਾ ਵੀ ਇਹ ਹੋਏਗਾ ਕਿੱਦਾਂ? ਨਹੀਂ, ਇਹ ਹੁੰਦਾ ਹੀ ਨਹੀਂ ਹੁੰਦਾ। ਵਿਚਾਰਾਂ ਦੇ ਵਿਚਾਰਧਾਰਕ ਵਖਰੇਵੇਂ, ਵਿਚਾਰਾਂ ਦੇ ਵਖਰੇਵੇਂ ਇਹ ਰਹਿਣਗੇ ਹੀ ਰਹਿਣਗੇ। ਪਰ ਇੱਕ ਗੱਲ ਤੁਸੀਂ ਕੀ
ਪੈਦਾ ਕਰਨੀ ਹੁੰਦੀ ਆ, ਕ੍ਰੀਏਟ ਕਰਨੀ ਹੁੰਦੀ ਆ। ਇੱਕ ਪਲੈਟਫਾਰਮ 'ਤੇ ਇਹਨਾਂ ਵਖਰੇਵਿਆਂ ਨੂੰ ਹੀ ਸਪੇਸ ਦੇ ਕੇ ਇੱਕ ਸਾਂਝਾ ਪਲੈਟਫਾਰਮ ਕ੍ਰੀਏਟ ਕਰਨਾ ਪੈਂਦਾ। ਜਦੋਂ ਤੁਸੀਂ ਇਹ ਕਹੋ ਵੀ ਠੀਕ ਆ ਸਾਡੇ ਵਖਰੇਵੇਂ ਹੋਣਗੇ ਵਿਚਾਰਧਾਰਕ, ਪਰ ਹਜੇ ਅਸੀਂ ਸਾਡੀ ਧਰਤੀ ਲਈ ਸਾਂਝੇ ਤੌਰ 'ਤੇ ਲੜ ਰਹੇ ਹਾਂ, ਹੈ ਨਾ। ਸਾਡਾ ਟੀਚਾ ਕੀ ਆ? ਸਾਡਾ ਟੀਚਾ ਕਿਸਾਨਾਂ ਦੀ ਜਿਸ ਤਰ੍ਹਾਂ ਦੁਰਦਸ਼ਾ ਹੋਣੀ ਆ, ਜੋ ਕਾਰਪੋਰੇਟ ਕਲਚਰ ਦਾ ਗਲਬਾ ਸਾਡੇ 'ਤੇ ਉਹਨਾਂ ਨੇ ਪਾ ਲੈਣਾ, ਉਹਨਾਂ ਨੇ ਸਭ ਕੁਝ ਆਪਦੇ ਕੰਟਰੋਲ 'ਚ ਲੈ ਲੈਣਾ, ਇਹਨੂੰ ਕਿਵੇਂ ਅਵੋਇਡ ਕਰੀਏ? ਕਾਰਪੋਰੇਟ ਘਰਾਣੇ ਦੀ ਤੁਸੀਂ ਗੱਲ ਕੀਤੀ ਹੈ ਲਗਾਤਾਰ। ਅੱਜ ਲੱਖੇ ਸਿਧਾਣੇ ਵੱਲੋਂ ਜਿਹੜਾ ਉਹ ਰਿਲਾਇੰਸ ਜਿਹੜਾ ਮਾਰਟ ਵਾ ਉਹਦਾ ਉੱਥੇ ਬੰਦ ਕਰਵਾਇਆ ਗਿਆ। ਲਗਾਤਾਰ ਸੋਸ਼ਲ ਮੀਡੀਆ 'ਤੇ ਜਿਹੜੀ ਹੈ ਕੰਪੇਨ ਚੱਲ ਰਹੀ ਹੈ ਇੱਕ ਕਿ ਰਿਲਾਇੰਸ ਦੇ ਜਿਹੜੇ ਪੈਟਰੋਲ ਪੰਪ ਆ ਉਹਨਾਂ ਦਾ ਬਾਈਕਾਟ ਕੀਤਾ ਜਾਵੇ, ਜੀਓ ਸਿਮ ਦਾ ਬਾਈਕਾਟ ਕੀਤਾ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਗੱਲਾਂ ਚੱਲ ਤਾਂ ਰਹੀਆਂ, ਪਰ ਬਹੁਤ ਹੀ ਛੋਟੀ ਅੰਸ਼ਕ ਜੀ ਪ੍ਰਾਪਤੀ ਆ ਇਹ। ਇਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਉਹਨਾਂ ਨੇ ਸ਼ੇਅਰ ਮਾਰਕੀਟ ਨੂੰ ਕੰਟਰੋਲ ਕਰਕੇ ਆਪਦੇ ਸ਼ੇਅਰ ਵਧਾਉਣੇ ਘਟਾਉਣੇ, ਉਹ ਸਾਰੀ ਗੇਮ ਉਹਨਾਂ ਨੂੰ ਆਉਂਦੀ ਆ, ਹੈ ਨਾ। ਉਹ ਇੱਥੋਂ ਜੇ ਪੰਜਾਬ 'ਚੋਂ ਮੰਨ ਲਓ 100 ਕਰੋੜ ਰੁਪਈਆ ਦਿਨ ਦਾ ਲੂਜ਼ ਕਰਦੇ, ਉਹਨਾਂ ਨੇ ਬਣਾਉਣਾ ਕਿੱਥੋਂ ਆ? ਦੇ ਨੋ ਦਿਸ। ਔਰ ਸਰਕਾਰਾਂ ਹਮਾਇਤ ਕਰਦੀਆਂ। ਤਾਂ ਇਸ ਕਰਕੇ ਸਾਨੂੰ ਕੋਈ ਸਟ੍ਰੈਟਜੀ ਉਸ ਤਰ੍ਹਾਂ ਬਣਾਉਣੀ ਚਾਹੀਦੀ ਆ, ਮਿਥਨੀ ਇਸ ਤਰ੍ਹਾਂ ਚਾਹੀਦੀ ਆ ਜਿੱਥੇ ਦਿੱਲੀ ਨੂੰ ਕੋਈ ਰਾਜਸੀ ਤੌਰ 'ਤੇ ਉਹਨਾਂ ਦੀ ਮਜਬੂਰੀ ਖੜੀ ਹੋ ਜਾਏ। ਕਿਉਂਕਿ ਗੱਲ ਸਰਕਾਰਾਂ ਦੀ ਸਾਨੂੰ ਸਿਰਫ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੀ ਨਹੀਂ ਆ, ਵਿਚਾਰਧਾਰਕ ਲੜਾਈ ਆ ਪੂਰੀ ਇਹ ਇੱਕ। ਪੰਜਾਬ ਨੂੰ, ਪੰਜਾਬ ਦੀ ਵਿਲੱਖਣਤਾ, ਪੰਜਾਬ ਦੀ ਹੋਂਦ, ਸਾਡੀ ਮਾਂ ਬੋਲੀ, ਸਾਡਾ ਇਤਿਹਾਸ, ਸਾਡੇ ਫਲਸਫੇ, ਸਾਡੀਆਂ ਰੀਤਾਂ ਰਵਾਇਤਾਂ, ਇਹ ਸਭ ਕੁਝ ਖਤਮ ਕਰਨ ਦੀ ਪਲੈਨਿੰਗ ਆ। ਜੇ ਅਸੀਂ ਨਹੀਂ ਸਮਝਾਂਗੇ ਤੇ ਅਸੀਂ ਇੱਕ ਦਿਨ ਜਾ ਕੇ ਕੋਈ ਰਿਲਾਇੰਸ ਸਟੋਰ ਬੰਦ ਕਰ ਦਾਂਗੇ, ਉਹਦੇ ਨਾਲ ਕੋਈ ਅੰਸ਼ਕ ਜੀ ਪ੍ਰਾਪਤੀ ਹੋਊਗੀ, ਕੋਈ ਬਾਹਲੀ ਵੱਡੀ ਗੱਲ ਨਹੀਂ ਆ, ਉਹ ਪ੍ਰਾਪਤੀ ਨਹੀਂ ਆ ਕੋਈ। ਉਹੀ ਗੱਲ ਮੈਂ ਪੁੱਛਿਆ ਜਾ ਰਿਹਾ ਕਿ ਹੁਣ ਅਗਲਾ ਕਰਨਾ ਕੀ ਆ ਪੰਜਾਬ ਵਾਸਤੇ? ਤੁਸੀਂ ਕਿਵੇਂ ਕਰੋਗੇ ਤੇ ਕਰੋਗੇ ਕਿੱਦਾਂ? ਦੇਖੋ, ਗੱਲ ਇਹ ਆ, ਜਿਹੜੀਆਂ ਲਹਿਰਾਂ ਹੁੰਦੀਆਂ ਨਾ, ਉਹਨੇ ਇਵੋਲਵ ਹੋਣਾ ਹੁੰਦਾ। ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਸਫ਼ਰ ਹੁੰਦਾ। ਆਪਾਂ ਨੂੰ ਪੈਦਾ ਹੁੰਦੇ ਹੀ ਸਭ ਕੁਝ ਪਤਾ ਨਹੀਂ ਹੁੰਦਾ, ਹੌਲੀ ਹੌਲੀ ਆਪਾਂ ਇਵੋਲਵ ਹੁੰਦੇ ਹਾਂ, ਫਿਰ ਚੀਜ਼ਾਂ ਦਾ ਪਤਾ ਲੱਗਣ ਲੱਗਦਾ, ਸਿਆਣੇ ਹੁੰਦੇ ਹਾਂ, ਹੋਰ ਜ਼ਿਆਦਾ ਆਪਾਂ ਨੂੰ ਕੋਈ ਜਿਹੜਾ ਸਮਾਜਿਕ ਗਿਆਨ ਤੋਂ ਆਪਾਂ ਸਿੱਖਦੇ ਹਾਂ। ਉਵੇਂ ਹੀ ਇੱਕ ਮੂਵਮੈਂਟ ਨੇ ਵੀ ਇਵੋਲਵ ਹੋਣਾ। ਇਹਨੇ ਇਵੋਲਵ ਹੋਣ ਤੋਂ ਬਾਅਦ ਨਾਲ ਨਾਲ ਤੁਹਾਡੀ ਸਟ੍ਰੈਟਜੀ ਬਣਦੀ ਜਾਂਦੀ ਆ ਵੀ ਤੁਸੀਂ ਕਿਵੇਂ ਕਰੋ। ਮੇਰੇ ਖਿਆਲ 'ਚ ਸਾਨੂੰ ਜਿਵੇਂ ਪੰਜਾਬ 'ਚ ਲਾਮਬੰਦੀ ਹੋਈ ਆ ਨਾ, ਇਹ ਸਟੇਟ ਵਾਈਜ਼ ਲਾਮਬੰਦੀ ਕਰਨੀ ਚਾਹੀਦੀ ਆ। ਸਾਨੂੰ ਬਾਕੀ ਸਟੇਟਸ ਨੂੰ ਵੀ ਨਾਲ ਰਲਾਉਣਾ ਚਾਹੀਦਾ ਆਪਦੇ, ਹੈ ਨਾ। ਉਹਨਾਂ ਨੂੰ ਵੀ ਅਪਰੋਚ ਕਰਕੇ ਉਹਨਾਂ ਨੂੰ ਗੱਲ ਸਮਝਾਉਣੀ ਚਾਹੀਦੀ ਆ, ਕਿਉਂਕਿ ਗੱਲ ਤਾਂ ਸਾਂਝੇ ਤੌਰ 'ਤੇ ਕਿਸਾਨਾਂ ਦੀ ਹੈ ਨਾ। ਅੱਜ ਇਸ ਮੂਵਮੈਂਟ ਨੂੰ ਨੈਸ਼ਨਲੀ ਇੰਟਰਨੈਸ਼ਨਲੀ ਲੈ ਕੇ ਜਾਣਾ ਚਾਹੀਦਾ ਤਾਂ ਕਿ ਸਾਡਾ ਇੱਕ ਬਿਰਤਾਂਤ ਰਚਿਆ ਜਾਵੇ, ਸਰਕਾਰ ਦੀ ਮਜਬੂਰੀ ਬਣ ਜੇ ਵੀ ਸਾਨੂੰ ਕੋਈ ਹੱਲ ਦੇਣ, ਸਾਨੂੰ ਇਸ ਮੂਵਮੈਂਟ 'ਚੋਂ ਐਡੇ ਵੱਡੇ ਤੌਰ 'ਤੇ ਜਿਹੜਾ ਵਿਦਰੋਹ ਜਾਂ ਵਿਰੋਧ ਸਾਹਮਣੇ ਆਊਗਾ, ਇਸ ਮੂਵਮੈਂਟ 'ਚੋਂ ਕੋਈ ਪ੍ਰਾਪਤੀ ਹੋਵੇ। ਜੇ ਅਸੀਂ ਕਹਾਂਗੇ ਵੀ ਅਸੀਂ ਅੰਦਰ ਬਹਿ ਕੇ ਟੋਲ ਪਲਾਜ਼ੇ ਰੋਕ ਲਈਏ, ਰਿਲਾਇੰਸ ਦੇ ਮਾਲ ਰੋਕ ਲਈਏ, ਉਹ ਇੱਕ ਕੰਟਰੋਵਰਸ਼ੀਅਲ ਜਾਂ ਇੱਕ ਐਂਟਰਟੇਨਮੈਂਟ ਤੌਰ 'ਤੇ ਜਾਂ ਇੱਕ ਥੋੜ੍ਹੀ ਦੇਰ ਆਪਦੀ ਸੈਟਿਸਫੈਕਸ਼ਨ ਵਾਸਤੇ ਤਾਂ ਆਪਾਂ ਕਰ ਸਕਦੇ ਹਾਂ, ਪਰ ਉਹਦੇ 'ਚੋਂ ਬਹੁਤ ਵੱਡੀ ਪ੍ਰਾਪਤੀ ਕੁਛ ਨਹੀਂ ਹੋਣੀ। ਗੱਲ ਕਰਦੇ ਹਾਂ ਆਪਣਾ ਜਿਹੜਾ ਤੁਸੀਂ ਆਪਣਾ ਕਹਿ ਰਹੇ ਕਿ ਅੰਸ਼ਕ ਪ੍ਰਾਪਤੀ ਜਿਹੜੀ ਇੱਕ ਆ ਹੋਣੀ ਆ, ਇਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਦੇ ਹਾਂ ਨੌਜਵਾਨੀ ਦੀ ਜਾਂ ਪਿਛਲੇ ਲੰਬੇ ਸੰਘਰਸ਼ਾਂ ਦੀ ਗੱਲ ਕੀਤੀ ਜਾਵੇ, ਤੁਸੀਂ ਬਾਰ-ਬਾਰ ਤੁਹਾਡੇ ਮੂੰਹ ਗੁਰਬਾਣੀ ਦੀਆਂ ਪੰਕਤੀਆਂ ਸੰਤ ਜਰਨੈਲ ਸਿੰਘ ਹੁਣਾਂ ਦਾ ਜਿਹੜਾ ਉਹ ਬਾਰ-ਬਾਰ ਤੁਸੀਂ ਉਹਨਾਂ ਦੀ ਸੰਤ ਜਰਨੈਲ ਸਿੰਘ ਹੁਣਾਂ ਦੀ ਗੱਲ ਕਰ ਰਹੇ। ਉਸ ਵੇਲੇ ਇੱਕ ਮੂਵਮੈਂਟ ਜਿਹੜੀ ਆ ਉਹ ਖੜੀ ਹੋਈ ਸੀ, ਅਨੰਦਪੁਰ ਸਾਹਿਬ ਦਾ ਮਤਾ ਤੁਹਾਨੂੰ ਪਤਾ ਹੋਏਗਾ। ਹਾਂਜੀ, ਬਿਲਕੁਲ। ਵੱਧ ਰਾਜਾਂ ਨੂੰ ਜਿਹੜਾ ਵੱਧ ਅਧਿਕਾਰ ਦਿੱਤੇ ਜਾਣ ਦੀ ਉਹ ਗੱਲ ਕੀ। ਲੱਗਦਾ ਨਹੀਂ ਕਿ ਇਹ ਜਿਹੜਾ ਸੰਘਰਸ਼ ਆ ਉਹ 30-35 ਸਾਲ ਪੁਰਾਣਾ ਹੀ ਆ, ਪਰ ਉਸ ਵੇਲੇ ਜਿਹੜਾ ਉਹ ਕੋਈ ਕਾਮਯਾਬ ਨਹੀਂ ਹੋ ਸਕਿਆ। ਤਾਂ ਹੁਣ ਅੱਗੇ ਇਹਦੀ ਰੂਪ ਰੇਖਾ ਕਿੱਦਾਂ ਦੀ ਹੋਏਗੀ? ਤੁਸੀਂ ਸੰਤ ਜਰਨੈਲ ਸਿੰਘ ਹੁਣਾਂ ਦੀ ਗੱਲ ਕਰਦੇ ਜੀ ਬਾਈ, ਹੁਣ ਇਹ ਤੁਹਾਡਾ ਤੁਸੀਂ ਸਵਾਲ ਰਿਪੀਟ ਕਰ ਰਹੇ ਹੋ, ਅੱਗੇ ਰੂਪ ਰੇਖਾ ਕਿੱਦਾਂ ਦੀ ਹੋਏਗੀ। ਦੇਖੋ, ਚਾਹੇ ਨਹੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਹੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਅੱਜ ਸਰਕਾਰ ਕੀ ਕਰਦੀ ਆ? ਸਰਕਾਰ ਕਿਸੇ ਵੀ ਮੂਵਮੈਂਟ ਨੂੰ ਦੱਬਣ ਵਾਸਤੇ ਤੁਹਾਨੂੰ ਐਕਸਟ੍ਰੀਮਿਸਟ ਦੇ ਠੱਪੇ ਲਾ ਦਿੰਦੀ ਆ ਵੀ ਇਹ ਤਾਂ ਐਕਸਟ੍ਰੀਮਿਸਟ ਆ, ਇਹ ਤਾਂ ਐਕਸਟ੍ਰੀਮ 'ਚ ਗੱਲਾਂ ਕਰਦਾ, ਇਹ ਐਕਸਟ੍ਰੀਮਿਸਟ ਆ, ਤਾਂ ਇਹਨੇ ਜਿਹੜੇ ਬਾਕੀ ਵਰਗਾਂ ਨੂੰ ਨਾਲ ਲੈ ਕੇ ਨਹੀਂ ਜਾਣਾ, ਇਹ ਤਾਂ ਇੱਕ ਤਰ੍ਹਾਂ ਦੀ ਗੱਲ ਕਰ ਰਿਹਾ। ਸਾਡੇ ਕੋਲੇ ਆਪਦਾ ਨੈਰੇਟਿਵ ਸੈੱਟ ਕਰਨ ਵਾਸਤੇ ਸਾਡੇ ਕੋਲੇ ਕਦੇ ਆਪਦੀ ਧੇਰੀ ਨਹੀਂ ਸੀ, ਸਾਡੇ ਇੰਟਲੈਕਚੁਅਲਸ ਹੀ ਨਹੀਂ ਸੀ। ਜਦੋਂ ਹੁਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਗੱਲ ਕਰਦੇ ਸੀ, ਉਹ ਵੀ ਲੋਕ ਹਿੱਤਾਂ ਦੀ ਗੱਲ ਕਰਦੇ ਸੀ।
ਅਨੰਦਪੁਰ ਸਾਹਿਬ ਦਾ ਮਤਾ ਤੁਸੀਂ ਪੜ੍ਹ ਕੇ ਦੇਖ ਲਓ, ਕਿਸਾਨੀ ਦੀ ਗੱਲ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਹੈ ਨਾ, ਜਾਂ ਸੱਚਖੰਡ ਆਪਣਾ ਜਿਹੜਾ ਐਕਸਪ੍ਰੈਸ ਆ ਉਹਦੇ 'ਚ ਗੁਰਬਾਣੀ ਜਿਹੜੀ ਆ ਵੀ ਉਹਦੇ 'ਚ ਚੱਲਣੀ, ਹਾਂ, ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੇ ਮਾਨਤਾ। ਇਹ ਗੱਲਾਂ ਕੋਈ ਬਾਹਲੀਆਂ ਵੱਡੀਆਂ ਤਾਂ ਨਹੀਂ, ਅੱਜ ਬਾਣੀ ਦਾ ਟੈਲੀਕਾਸਟ ਹੋ ਹੀ ਰਿਹਾ ਸਿੱਧੇ, ਹੈ ਨਾ, ਇਹੀ ਮੰਗਾਂ ਸੀਗੀਆਂ। ਪਰ ਉਦੋਂ ਉਹਨਾਂ ਨੇ ਨੈਰੇਟਿਵ ਕੀ ਰਚਿਆ? ਨੈਰੇਟਿਵ ਇਹ ਰਚਿਆ ਵੀ ਇਹ ਖਾਲਿਸਤਾਨੀ ਆ, ਇਹ ਐਕਸਟ੍ਰੀਮਿਸਟ ਆ, ਇਹ ਅੱਤਵਾਦੀ ਆ। ਜਦੋਂ ਸ਼ਿਬੂ ਸੋਰੇਨ ਝਾਰਖੰਡ ਮੁਕਤੀ ਮੋਰਚਾ ਦਾ ਲੀਡਰ ਹੁੰਦਾ, ਉਹਨੂੰ ਉਸ ਟਾਈਮ ਸੈਪਰੇਟਿਸਟ ਦਾ ਖਿਤਾਬ ਦਿੱਤਾ, ਉਹ ਠੱਪਾ ਲਾ ਦਿੱਤਾ ਜਾਂਦਾ ਉਹਦੇ 'ਤੇ, ਪਰ ਉਹ ਤੋਂ ਬਾਅਦ CM ਵੀ ਬਣ ਜਾਂਦਾ। ਹੁਣ ਵੀ ਦੇਖੀਏ ਨਾ, ਨਕਸਲੀ ਜਿਹੜੇ ਨਕਸਲਵਾੜੀ ਲਹਿਰ ਇੱਕ ਚੱਲ ਰਹੀ ਆ, ਉਹਨਾਂ 'ਤੇ ਕੋਈ ਬਾਹਲਾ ਪ੍ਰੈਸ਼ਰ ਨਹੀਂ ਆ, ਅਤੇ ਉਹ ਜਵਾਨਾਂ ਨੂੰ ਵੀ ਮਾਰਦੇ ਆ। ਕਿਤੇ ਆਪਣੇ ਇੱਥੇ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਟੈਂਕਾਂ ਤੋਂ, ਉਹਨਾਂ ਦੇ ਕਿਉਂ ਨਹੀਂ ਇਹ ਟੈਂਕਾਂ ਤੋਪਾਂ ਲੈ ਕੇ ਉਹਨਾਂ ਨੂੰ ਖਤਮ ਕਿਉਂ ਨਹੀਂ ਕਰਦੇ? ਜੇ ਇਹਨਾਂ ਨੂੰ ਸਿੱਖ ਅੱਤਵਾਦੀ ਲੱਗਦੇ ਸੀ, ਉਹਨਾਂ ਵੀ ਤਾਂ ਹਥਿਆਰ ਚੁੱਕੇ ਨੇ। ਦੇਖੋ ਇਹੀ ਗੱਲ ਆ ਨਾ, ਸਰਕਾਰ ਨੇ ਕਿਹੜੇ ਸੰਘਰਸ਼ ਨੂੰ ਦਬਾਉਣਾ, ਕਿਹੜੇ ਮੂਵਮੈਂਟ ਨੂੰ ਖ਼ਤਮ ਕਰਨਾ, ਸਰਕਾਰ ਵੀ ਪ੍ਰਾਇਰਟਾਈਜ਼ ਕਰਦੀ ਆ। ਸਰਕਾਰ ਦੀ ਇੱਕ ਜਿੱਦ ਆ ਵੀ ਇੱਕ ਤਰ੍ਹਾਂ ਦੀ ਹੋਮੋਜੀਨੀਅਸ ਸੁਸਾਇਟੀ ਕ੍ਰੀਏਟ ਕਰਨੀ ਆ। ਉਹਦੇ 'ਚ ਪਹਿਲਾ ਨੰਬਰ ਕਸ਼ਮੀਰ ਦਾ ਸੀ, ਦੂਜਾ ਨੰਬਰ ਪੰਜਾਬ ਦਾ, ਹੌਲੀ ਹੌਲੀ ਹੋ ਸਕਦਾ ਉੱਧਰ ਨੂੰ ਵੱਧ ਜਾਣ। ਜਿਹੜੀ ਵੀ ਘੱਟ ਗਿਣਤੀ ਵਰਗ ਅੱਜ ਆਪਦੀ ਗੱਲ ਕਰੂਗਾ, ਉਹਨੂੰ ਇਹ ਦੱਬਣਗੇ, ਇਹਨੂੰ ਆਪਦੀ ਤਰ੍ਹਾਂ ਦਾ ਜਿਹੜਾ ਨੇਸ਼ਨ ਬਿਲਡ ਕਰਨਾ, ਆਪਦੀ ਵਿਚਾਰਧਾਰਾ ਦੇ ਅਕੋਰਡਿੰਗਲੀ ਇਹ ਦਬਾਉਣਗੇ। ਹੁਣ ਸਾਨੂੰ ਉਸ ਵੇਲੇ ਸਾਡਾ, ਜਾਂ ਇਹਨਾਂ ਨੇ ਜਿਹੜਾ ਪੂਰਾ ਬਲੂ ਸਟਾਰ ਆਪਰੇਸ਼ਨ ਹੋਇਆ, ਹਾਲਾਂਕਿ ਜੇ ਅਸੀਂ ਇਹਦੇ 'ਤੇ ਇੰਨੇ ਸੰਖੇਪ 'ਚ ਗੱਲ ਨਹੀਂ ਕਰ ਸਕਦੇ, ਪਰ ਮੇਨ ਸਰਕਾਰ ਦਾ ਜਿਹੜਾ ਮੰਤਵ ਸੀ ਉਹ ਇਹੀ ਸੀ ਵੀ ਇਹਨਾਂ ਨੂੰ ਪ੍ਰੋਜੈਕਟ ਕਰੋ ਵੀ ਇਹ ਤਾਂ ਅੱਤਵਾਦੀ ਆ, ਇਹ ਤਾਂ ਵੱਖਵਾਦੀ ਆ, ਹੈ ਨਾ, ਦੇਸ਼ ਧਰੋਹੀ ਆ। ਹਾਲਾਂਕਿ ਅਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਸੀ, ਸਾਡੇ ਨਾਲ ਆ ਕੇ ਉਹ ਗੱਲ ਵੀ ਨਹੀਂ ਕਰਦੇ ਸੀ, ਕੋਈ ਪਲੇਟਫਾਰਮ ਨਹੀਂ ਦਿੰਦੇ ਸੀ ਜਿੱਥੇ ਜਾ ਕੇ ਗੱਲ ਕਰੀਏ। ਇੱਕ ਟਾਈਮ ਇਹੋ ਜਿਹਾ ਆਇਆ ਵੀ ਉਹਨਾਂ ਨੇ ਸਾਨੂੰ ਕਾਰਨਰ ਕਰਕੇ ਅਤੇ ਉੱਥੇ ਪੂਰਾ ਉਹ ਬਲੂ ਸਟਾਰ ਆਪਰੇਸ਼ਨ ਆਰਮੀ ਦੇ ਥਰੂ ਕਰਾ ਕੇ ਅਤੇ ਪੂਰੀ ਮੂਵਮੈਂਟ ਨੂੰ ਦੱਬਤਾ। ਲੱਗਦਾ ਨਹੀਂ ਕਿ ਹੁਣ ਵੀ ਇੱਦਾਂ ਦਾ ਕੁਛ ਹੋਏਗਾ ਜਾਂ ਕਿੱਦਾਂ? ਬਾਈ ਸਟੇਟ ਕੀ ਕਰਦੀ ਆ, ਸਟੇਟ ਪਹਿਲਾਂ ਤੁਹਾਨੂੰ ਕੋਸ਼ਿਸ਼ ਕਰਦੀ ਆ ਵੀ ਅਸਿਮੀਲੇਟ ਕਰੇ, ਆਪਦੇ ਆਪ 'ਚ ਮਿਲਾਵੇ, ਜਿਹੜੀ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਆ। ਜੇ ਤੁਸੀਂ ਫੇਰ ਵੀ ਨਾ ਮੰਨੇ, ਜੇ ਇਹਨਾਂ ਦੀ ਜਿੱਦ ਆ ਵੀ ਅਸੀਂ ਇੱਕ ਤਰ੍ਹਾਂ ਦਾ ਸਮਾਜ ਸਿਰਜਣਾ ਜਾਂ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਹੀ ਹੋਵੇ, ਫਿਰ ਤੁਹਾਨੂੰ ਐਲੀਮੀਨੇਟ ਕਰਨ 'ਤੇ ਵੀ ਆ ਜਾਂਦੀ ਆ, ਹੈ ਨਾ। ਸੋ ਇਹਨਾਂ ਗੱਲਾਂ ਦਾ ਸਾਨੂੰ ਇਹਨਾਂ ਗੱਲਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਪਹਿਲਾਂ ਅਸਿਮੀਲੇਸ਼ਨ ਕਰਨਗੇ, ਜੇ ਅਸਿਮੀਲੇਟ ਨਾ ਹੋਏ ਫਿਰ ਇਹ ਆਪਦਾ ਫੋਰਸਿਸ, ਪੈਰਾਮਿਲਟਰੀ ਫੋਰਸਿਸ, ਸਟੇਟ ਕੋਲੇ ਬਹੁਤ ਪਾਵਰ ਆ, ਹੈ ਨਾ, ਪੁਲਿਸ ਫੋਰਸਿਸ, ਮਿਲਟਰੀ, ਇਹ ਸਾਨੂੰ ਐਲੀਮੀਨੇਟ ਕਰਨ ਤੱਕ ਵੀ ਜਾ ਸਕਦੇ ਆ। ਗੱਲ ਕਰਦੇ ਤੁਸੀਂ ਵਰਗਾਂ ਦੀ, ਜਦੋਂ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਆ, ਸਿੱਖ ਜਿਹੜਾ ਵਾ ਸਿੱਖਾਂ ਵੱਲੋਂ ਸਭ ਤੋਂ ਵੱਧ ਅੱਗੇ ਹੋ ਕੇ ਜਿਹੜਾ ਵਾ ਉਹ ਹਮਾਇਤ ਕੀਤੀ ਜਾਂਦੀ ਆ ਪੰਜਾਬ ਦੀ। ਜਿਵੇਂ ਹੁਣ ਆਪਾਂ ਪੰਜਾਬ ਦੀ ਕਿਸਾਨੀ ਦੀ ਗੱਲ ਕਰੀਏ, ਇੱਕ ਵਰਗ ਜਿਹੜਾ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ, ਭੰਗੜੇ ਪਾਉਂਦੇ ਨੇ, ਖੁਸ਼ੀਆਂ ਮਨਾਉਂਦੇ, ਉਹ ਵਰਗ ਕਿਉਂ ਨਹੀਂ, ਜੇ ਹਿੰਦੂ ਭਰਾਵਾਂ ਦੀ ਗੱਲ ਕੀਤੀ ਜਾਵੇ, ਉਹ ਕਿਉਂ ਨਹੀਂ ਖੁੱਲ੍ਹ ਕੇ ਜਿਹੜੇ ਆ ਨਾਲ ਤੁਰਦੇ? ਲਗਾਤਾਰ ਅਸੀਂ ਵੇਖਿਆ ਕਿ ਜਿਹੜੇ ਨੌਜਵਾਨ ਆਉਂਦੇ ਆ, ਕੁਛ ਹੋਣਗੇ, ਕੁਛ ਪਰਸੈਂਟ ਹੋਣਗੇ, ਪਰ ਖੁੱਲ੍ਹ ਕੇ ਕਿਉਂ ਨਹੀਂ ਸਾਹਮਣੇ ਆਉਂਦੇ? ਸੀ ਇਹ ਵੀ ਸਾਡੀ ਗਲਤੀ ਆ, ਅਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਆ, ਹੈ ਨਾ, ਅਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਆ ਵੀ ਇਹ ਤਾਂ ਗਾਂ, ਬਿਲਕੁਲ ਮਸਲਾ, ਹੈ ਨਾ, ਗਾਂ ਦਾ ਉਹਦਾ ਸਾਰਾ ਉਹਦੀ ਪੂਜਾ ਕਰਦੇ ਆ, ਉਹਦਾ ਮੰਨ ਲਓ ਤੁਸੀਂ ਕੋਈ ਹੋਰ ਵੀ ਚੀਜ਼ਾਂ ਦਾ ਸੇਵਨ ਕਰਦੇ ਆ। ਇਹ ਕਦੇ ਪੰਜਾਬ ਦੇ ਨਾਲ ਨਹੀਂ ਖੜੇ ਹੋਏ, ਇਹਨਾਂ ਨੇ ਪੰਜਾਬ ਦੀ ਗੱਲ ਨਹੀਂ ਕੀਤੀ, ਹੈ ਨਾ। ਅਸੀਂ ਉਹਨਾਂ ਨੂੰ ਸਪੇਸ ਹੀ ਨਹੀਂ ਦਿੰਦੇ, ਸਾਨੂੰ ਉਹਨਾਂ ਨੂੰ ਸਪੇਸ ਤਾਂ ਦੇਣੀ ਪਊ। ਫਿਰ ਸਾਨੂੰ ਇਹ ਗੱਲ ਵੀ ਸਮਝਣੀ ਪਊ ਵੀ ਉਹ ਬੰਦੇ, ਉਹ ਸਾਰਾ ਵਰਗ, ਹਿੰਦੂ ਭਰਾ, ਉਹ ਸਾਡੇ ਹੀ ਆ, ਉਹਨਾਂ ਦੇ ਕੁਛ ਖਦਸ਼ੇ ਹੋਣਗੇ, ਉਹਨੂੰ ਵੀ ਸਮਝ ਕੇ ਸਾਨੂੰ ਰੱਖਣਾ ਪਊਗਾ। ਸਾਨੂੰ ਉਹਨਾਂ ਨੂੰ ਇਨਸਿਕਿਉਰ ਫੀਲ ਕਰਾ ਕੇ ਜੇ ਅਸੀਂ ਚੱਲਾਂਗੇ, ਉਹਨਾਂ ਨੇ ਸਾਡੇ ਨਾਲ ਨਹੀਂ ਤੁਰਨਾ। ਉਹਨਾਂ ਨੂੰ ਸਿਕਿਉਰ ਫੀਲ ਕਰਾਉਣਾ ਪਊਗਾ ਵੀ ਪੰਜਾਬ ਇੱਕ ਸਾਂਝੀ ਧਰਤੀ ਆ, ਇੱਥੇ ਜਿਹੜਾ ਭਾਈਚਾਰਕ ਸਾਂਝ ਆ, ਆਪਸੀ ਪਿਆਰ ਆ, ਆਪਣੱਤ ਆ, ਇਹਦੇ 'ਚ ਕੋਈ ਇਹ ਨਹੀਂ ਵੀ ਸਿੱਖ ਦੀ ਸਿੱਖ ਨਾਲ ਹੀ ਆ, ਸਿੱਖ ਦੀ ਹਿੰਦੂ ਨਾਲ ਵੀ ਆ, ਸਿੱਖ ਦੀ ਬਾਕੀ ਸਾਰੇ ਵਰਗਾਂ ਨਾਲ ਵੀ ਆ, ਹੈ ਨਾ। ਤੋ ਇਹ ਸਾਡੀ ਗਲਤੀ ਆ, ਅਸੀਂ ਉਹਨਾਂ ਨੂੰ ਸਪੇਸ ਨਹੀਂ ਦਿੰਦੇ। ਇਹ ਵੀ ਇੱਕ ਸਾਡੇ 'ਚ ਤੁਸੀਂ ਕਹਿ ਲਓ ਵੀ, ਮੈਂ ਤਾਂ ਕਹਿੰਦਾ ਵੀ ਸਾਡੇ 'ਚ ਦੋਗਲਾਪਣ ਆ। ਜੇ ਕੋਈ ਸਾਡਾ ਸਿੱਖ ਮੰਦਿਰ ਚਲਾ ਜਾਵੇ, ਅਸੀਂ ਉਹਨੂੰ ਕਹਿੰਦੇ ਹਾਂ ਦੇਖੋ ਇਹ ਤਾਂ ਬੇਮੁਖ ਹੋ ਗਿਆ ਗੁਰੂ ਤੋਂ,
ਤੇ ਜੇ ਕੋਈ ਹਿੰਦੂ ਭਰਾ ਗੁਰਦੁਆਰਾ ਆ ਜੇ ਅਸੀਂ ਕਹਿੰਦੇ ਹਾਂ ਸਾਡਾ ਹਿੰਦੂ ਭਰਾ। ਮਤਲਬ ਅਸੀਂ ਆਪਦੇ ਵਾਲਿਆਂ ਨੂੰ ਤਾਂ ਫਰੀडम ਨਹੀਂ ਦਿੰਦੇ, ਉਹਨਾਂ ਨੂੰ ਆਪਦੇ ਵਿੱਚ ਲੈ ਕੇ ਆਉਣੇ। ਵਾਹ ਵਾਹ ਵਾਹ, ਕੀ ਬਾਤ ਹੈ। ਸੋ ਸਾਨੂੰ ਆਪਦੀ ਵੀ ਆਤਮ ਪੜਚੋਲ ਕਰਨੀ ਪਊਗੀ ਔਰ ਇੱਕ ਇਹੋ ਜਿਹਾ ਮਾਹੌਲ ਜਾਂ ਇਹੋ ਜਿਹਾ ਸਿਸਟਮ ਸਿਰਜਣਾ ਪਊਗਾ ਜਿੱਥੇ ਉਹ ਸਿਕਿਉਰ ਫੀਲ ਕਰਨ। ਇਸ ਵਕਤ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਦੀਪ ਸਿੱਧੂ 'ਤੇ ਆ ਕਿ ਦੀਪ ਸਿੱਧੂ ਉਹਨਾਂ ਭਰਾਵਾਂ ਨਾਲ, ਹਿੰਦੂ ਭਰਾਵਾਂ ਨਾਲ ਗੱਲਬਾਤ ਕਰਕੇ ਨਾਲ ਤੋਰੇਗਾ ਉਹਨਾਂ ਨੂੰ। ਬਾਈ ਜੀ ਮੈਂ ਕਹਿੰਦਾ ਮੇਰੇ ਭਰਾ ਉਹ ਹੈ ਨਾ, ਸਾਡੇ ਆਪਦੇ ਹੀ ਆ, ਉਹਨਾਂ ਨੂੰ ਬਿਲਕੁਲ ਤੋਰਾਂਗੇ, ਹਰ ਵਰਗ ਨੂੰ ਤੋਰਾਂਗੇ। ਕਿਉਂਕਿ ਮੈਂ ਤੁਹਾਨੂੰ ਦੱਸਾਂ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਨੂੰ ਕੋਈ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਸੀ, ਹੈ ਨਾ। ਸੋ ਇਹ ਜਿਹੜੀਆਂ ਦਰਜਾ ਬਦਰਜੀ ਆ ਇਹਦੇ 'ਚ ਇਹ ਗੱਲਾਂ ਵੀ ਤਾਂ ਆਉਂਦੀਆਂ, ਹੈ ਨਾ। ਤਾਂ ਇਸ ਕਰਕੇ ਹਰ ਵਰਗ ਨੂੰ ਅਸੀਂ ਨਾਲ ਤੋਰੀਏ, ਸਾਡਾ ਫਰਜ਼ ਬਣਦਾ। ਪੰਜਾਬ ਇੱਕ ਸਾਂਝੀ ਧਰਤੀ ਆ, ਇਸ ਧਰਤੀ ਨੂੰ ਉਸ ਤਰ੍ਹਾਂ ਹੀ ਅਸੀਂ ਰੱਖੀਏ ਜਿਵੇਂ ਸਿਰਜੀ ਗਈ ਸੀ। ਜਿਹੜਾ ਕਿਸਾਨ ਧਰਨਿਆਂ ਦੇ ਵਿੱਚ ਕਾਮਰੇਡੀਕਰਨ ਜਿਵੇਂ ਕਹਿ ਰਹੇ ਵੀ ਇੱਥੇ ਜਕਾਰਾ ਨਹੀਂ ਲਾਉਣਾ ਜਾਂ ਤੁਸੀਂ ਇੱਥੇ ਨਾਅਰੇ ਲਾਓ, ਉਹਨੂੰ ਕਿੱਦਾਂ ਵੇਖਦੇ ਹੋ? ਕਿਉਂਕਿ ਸਿੱਖ ਲਗਾਤਾਰ ਜਾਰਿਆ ਤਾਂ ਸਿੱਖ ਹੀ ਆ, ਬਿਲਕੁਲ ਕਿਸਾਨ ਜਿਹੜੇ ਆ ਸਿੱਖੀ ਨਾਲ ਸੰਬੰਧਿਤ ਸਾਰੇ ਉੱਥੇ ਪਹੁੰਚ ਰਹੇ ਆ। ਸਾਡੀ ਤਾਂ ਜਿਹੜੀ ਜੰਗ ਦੀ ਸ਼ੁਰੂਆਤ ਹੀ ਬੋਲੇ ਸੋ ਨਿਹਾਲ ਦੇ ਨਾਅਰੇ ਤੋਂ ਹੁੰਦੀ, ਜਕਾਰੇ ਤੋਂ ਹੁੰਦੀ ਸੀ। ਅਤੇ ਤੁਸੀਂ ਇਹਨੂੰ ਕਿੱਦਾਂ ਵੇਖਦੇ ਜੀ? ਬਾਈ ਗੱਲ ਆਏ ਆ, ਤੁਹਾਨੂੰ ਇੱਕ ਨਾ ਕੁਛ ਫਿਲਟਰਸ ਲਾਉਣੇ ਪੈਂਦੇ ਹੁੰਦੇ ਆ। ਮੰਨ ਲਓ ਮੈਂ ਆ ਕੇ ਜਕਾਰਾ ਲਾ ਦਾਂ, ਕੁਛ ਉੱਥੇ ਬੈਠਾ ਬੰਦਾ ਉਹਨੂੰ ਨਾ ਠੀਕ ਲੱਗਦਾ ਹੋਵੇ, ਫਿਰ ਉਹਨੂੰ ਵੀ ਆਜ਼ਾਦੀ ਹੋਵੇ ਵੀ ਉਹ ਵੀ ਆ ਕੇ ਆਪਦੀ ਤਰ੍ਹਾਂ ਦਾ ਜਕਾਰਾ ਲਾ ਸਕੇ। ਜੇ ਅਸੀਂ ਕਹਾਂਗੇ ਸਿਰਫ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਹੀ ਜਕਾਰਾ ਲੱਗੂਗਾ ਤੇ ਬਾਕੀ ਨਹੀਂ ਲੱਗੂਗਾ, ਬਾਕੀ ਮਨਾ ਤਾਂ ਕੋਈ ਕਰਦਾ ਹੀ ਨਹੀਂ ਉੱਥੇ ਨਾ। ਜਾਂ ਉੱਥੋਂ ਜੈ ਮਾਤਾ ਦੀ ਨਹੀਂ ਕਿਹਾ ਜਾਊਗਾ ਜਾਂ ਉੱਥੋਂ ਜੈ ਸ਼੍ਰੀ ਰਾਮ ਨਹੀਂ ਕਿਹਾ ਜਾਊਗਾ। ਸਿੱਖਾਂ ਨੇ ਇਹੋ ਜਿਹਾ ਵਿਰੋਧ ਨਹੀਂ ਕੀਤਾ। ਨਹੀਂ, ਜੇ ਨਹੀਂ ਕੀਤਾ ਤਾਂ ਹੀ ਤਾਂ ਸਾਨੂੰ ਇਹੀ ਗੱਲ ਤਾਂ ਸਮਝਣੀ ਹੈ ਨਾ ਵੀ ਸੰਪੂਰਨ ਤੌਰ 'ਤੇ ਜੇ ਅਸੀਂ ਆਜ਼ਾਦੀ ਮੰਗਦੇ ਹਾਂ ਸਾਨੂੰ ਵੀ ਦੇਣੀ ਪਊਗੀ। ਇਹ ਇੱਕ ਪਾਸੜ ਗੱਲ ਨਹੀਂ ਹੋ ਸਕਦੀ। ਸੋ ਇਸ ਗੱਲ ਨੂੰ ਜੇ ਅਸੀਂ ਸਮਝ ਕੇ ਚੱਲਾਂਗੇ ਫਿਰ ਸਭ ਵਰਗ, ਹਰ ਬੰਦਾ ਸਾਡੇ ਨਾਲ ਜੁੜ ਜੂਗਾ। ਕਿ ਦੀਪ ਸਿੱਧੂ ਰਾਜਨੀਤੀ ਦੇ ਵਿੱਚ ਆਉਣਾ ਚਾਹੇਗਾ? ਬਾਈ ਜੀ ਆਏ ਹਾਂ, ਮੈਂ ਜੋ ਕਰ ਰਿਹਾ ਇਸ ਟਾਈਮ, ਮੈਂ ਪੰਜਾਬ ਲਈ ਆਪਦੀ ਵਫਾਦਾਰੀ ਨਿਭਾ ਰਿਹਾ, ਹੈ ਨਾ। ਹੁਣ ਦੀਪ ਸਿੱਧੂ ਰਾਜਨੀਤੀ 'ਚ ਆਉਣਾ ਚਾਹੂਗਾ ਵੀ ਤਾਂ ਚਾਹੀਦੇ ਨੇ ਇਹੋ ਜਿਹੇ ਜਿਹੜੇ। ਬਾਈ ਜੀ ਆਏ ਹਾਂ ਵੀ ਮੈਂ ਨਹੀਂ ਇਹ ਡਿਸਾਈਡ ਕਰਨਾ, ਇਹ ਡਿਸਾਈਡ ਲੋਕਾਂ ਨੇ ਕਰਨਾ, ਇਹ ਸੰਗਤ ਨੇ ਕਰਨਾ। ਇਹ ਫੈਸਲੇ ਮੈਂ ਨਹੀਂ ਲੈਣੇ। ਮੈਂ ਜੇ ਰਾਜਨੀਤੀ 'ਚ ਆਉਣਾ ਹੁੰਦਾ ਬੀਜੇਪੀ ਨਾਲ ਬਹਿ ਜਾਂਦਾ। ਸਨੀ ਬਾਈ ਉੱਥੇ ਸੀਗੇ, ਟਿਕਟ ਲੈਣੀ ਵੀ ਸੌਖੀ ਆ, ਮੈਨੂੰ ਆਫਰ ਵੀ ਹੋਈ ਆ ਪਹਿਲਾਂ ਵੀ ਅਸੀਂ ਲੜਾਵਾਂਗੇ ਤੁਹਾਨੂੰ, ਬਹੁਤ ਸੌਖਾ ਸੀ। ਅੱਜ ਜੇ ਮੈਂ ਇਹ ਗੱਲ ਕਰਾਂ ਵੀ ਮੈਂ ਇਹ ਸਭ ਕੁਝ ਕਰ ਰਿਹਾ, ਕੋਈ ਪੋਲੀਟੀਕਲ ਫਰੰਟ ਵੱਲ ਦੇਖ ਰਿਹਾ ਜਾਂ ਕੋਈ ਮੈਂ ਰਾਜਨੀਤੀ 'ਚ ਆਉਣ ਦੀ ਗੱਲ ਕਰ ਰਿਹਾ, ਇਟਸ ਟੂ ਪ੍ਰੀਮੈਚੁਰ। ਸਾਨੂੰ ਉਹ ਸਭ ਕੁਝ ਕਰਨਾ ਪਊਗਾ ਜੋ ਕੁਝ ਸਾਨੂੰ ਆਪਦੀ ਧਰਤੀ ਨੂੰ ਬਚਾਉਣ ਖਾਤਰ ਕਰਨਾ ਚਾਹੀਦਾ। ਹੁਣ ਮੇਰਾ ਆਖਰੀ ਸਵਾਲ ਇਹੀ ਆ, ਕੇਂਦਰ ਸਰਕਾਰ ਨਾਲ ਸਿੱਧੇ ਤੌਰ 'ਤੇ ਕਹਿ ਲਈਏ ਕਿ ਦੀਪ ਸਿੱਧੂ ਦੀ ਗੱਲ ਜ਼ਿਆਦਾ ਆਉਂਦੀ ਹੈ ਕਿ ਮੱਥਾ ਲਾਇਆ, ਖਤਰਾ ਮਹਿਸੂਸ ਕਰਦੇ ਹੋ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ, ਜਾਂ ਤੁਹਾਨੂੰ ਕੁਛ ਇਨਸਿਕਿਉਰ ਫੀਲ ਹੁੰਦਾ ਹੋਵੇ ਜਾਂ ਕਿੱਦਾਂ ਇਹੋ ਜਿਹਾ ਕੁਛ? ਦੇਖੋ, ਇਨਸਿਕਿਉਰਿਟੀ ਕਈ ਵਾਰੀ ਆ ਜਾਂਦੀ ਆ ਮਨ 'ਚ, ਇਹ ਸੱਚ ਗੱਲ ਆ, ਪਰ ਫਿਰ ਆਪਦੇ ਆਪ ਨੂੰ ਕਰੜਾ ਕਰਨਾ ਪੈਂਦਾ ਵੀ ਹੁਣ ਤਾਂ ਸਮਰਪਣ ਆ, ਹੁਣ ਤਾਂ ਇਹ ਸਿਰ ਧੜਦੀ ਆ, ਸੱਚੀ ਆ, ਮੌਤ ਦਾ ਡਰ ਚੱਕ ਕੇ ਚੱਲਣਾ ਪੈਂਦਾ, ਹੈ ਨਾ। ਪਰ ਇੱਕ ਮਾਨਸਿਕਤਾ ਕਈ ਵਾਰੀ ਤੁਹਾਡੇ ਮਨ 'ਚ ਆਉਂਦੀ ਹੈ ਇਨਸਿਕਿਉਰਿਟੀ। ਪਰਿਵਾਰ ਵਾਲੇ ਵੀ ਤਾਂ ਕਹਿੰਦੇ ਹੋਣਗੇ ਨਾ ਕੁਛ? ਨਹੀਂ, ਪਰਿਵਾਰ ਵਾਲੇ ਨਹੀਂ ਕੁਛ ਕਹਿੰਦੇ। ਪਰਿਵਾਰ ਵਾਲੇ ਕਹਿੰਦੇ ਆ ਕੋਈ ਨਹੀਂ, ਹੁਣ ਜਿਵੇਂ ਜਿੱਧਰ ਨੂੰ ਤੂੰ ਤੁਰ ਪਿਆ, ਇਹ ਇੱਕ ਰੈਵੋਲੂਸ਼ਨਰੀ ਸੋਚ ਆ ਜਿਹੜੀ, ਇਹ ਵੈਸੇ ਸੁਸਾਈਡਲ ਟੈਂਡੈਂਸੀਜ਼ ਵਾਲੀ ਹੀ ਹੁੰਦੀ ਆ, ਹੈ ਨਾ। ਪਰ ਥੋੜ੍ਹਾ ਜਿਹਾ ਆਪਦਾ ਧਿਆਨ ਰੱਖੀ। ਸੰਤ ਜਰਨੈਲ ਸਿੰਘ ਉਹਨਾਂ ਦੀ ਸੋਚ ਨਾਲ ਤੁਰ ਰਹੇ ਨਾ ਤੁਸੀਂ? ਨਹੀਂ ਜੀ, ਦੇਖੋ ਇਕੱਲੇ ਉਹਨਾਂ ਦੀ ਸੋਚ ਨਹੀਂ ਆ, ਡੈਫੀਨੇਟਲੀ ਸਾਡੇ ਜਰਨੈਲ ਸੀ, ਪਰ ਸਾਨੂੰ ਹੋਰ ਬਥੇਰੇ ਸਾਡੀਆਂ ਸ਼ਖਸੀਅਤਾਂ ਤੁਸੀਂ ਦੇਖ ਲਓ ਜਿਹੜੀਆਂ ਸ਼ਖਸੀਅਤਾਂ ਨੇ ਸਾਨੂੰ ਇਤਿਹਾਸ 'ਚ। ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਆਜ਼ਾਦ ਕਰਵਾ ਕੇ ਦਿੱਤੀਆਂ। ਹਾਂਜੀ, ਹੋਰ ਉਹੀ ਗੱਲ ਆ ਨਾ ਵੀ ਸਾਨੂੰ ਬਾਬਾ ਦੀਪ ਸਿੰਘ, ਬੰਦਾ ਸਿੰਘ ਬਹਾਦਰ, ਹੈ ਨਾ, ਹੋਰ ਸਾਡੀਆਂ ਸ਼ਖਸੀਅਤਾਂ, ਜੇ ਅਸੀਂ ਕਹਿ ਦਈਏ ਇਤਿਹਾਸ 'ਚ ਬਹੁਤ ਸ਼ਖਸੀਅਤਾਂ ਜਿਨ੍ਹਾਂ ਨੇ ਕਦੇ ਕੋਈ ਰੈਡੀਕਲ ਗੱਲ ਨਹੀਂ ਕੀਤੀ, ਸਰਬੱਤ ਦੀ ਗੱਲ ਕੀਤੀ ਆ, ਸਰਬੱਤ ਦੇ ਭਲੇ ਦੀ ਗੱਲ ਕੀਤੀ ਆ, ਉਹ ਸਾਰੀ ਸੋਚ ਨਾਲ ਮੈਂ ਤੁਰ ਰਿਹਾ। ਡੈਫੀਨੇਟਲੀ ਮੈਂ ਸੰਤਾਂ ਨੂੰ ਬਹੁਤ ਐਡਮਾਇਰ ਕਰਦਾ, ਹੈ ਨਾ, ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ, ਉਸ ਲਹਿਰ ਤੋਂ ਮੈਂ ਬਹੁਤ ਕੁਝ ਸਿੱਖਿਆ, ਕਿਉਂਕਿ ਉਸ ਲਹਿਰ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਸਮਝਿਆ, ਜਾਣਿਆ, ਪੜ੍ਹਿਆ ਵੀ ਆ। ਸੋ ਇਸ ਉਦੋਂ ਹੀ ਹੋਇਆ। ਹਾਂਜੀ, ਜਨਮ ਵੀ ਉਸੇ ਦੇ ਆਸ-ਪਾਸ ਹੀ ਹੋਇਆ। ਸੋ ਇਸ ਕਰਕੇ ਜਦੋਂ ਮੈਂ ਕਹਿਣਾ, ਪਰ ਇਹਦਾ ਮਤਲਬ ਇਹ ਨਹੀਂ ਵੀ ਮੈਂ ਇੱਕ ਰੈਡੀਕਲ ਸੋਚ ਲੈ ਕੇ ਚੱਲਦਾ।
ਜਾਂ ਮੈਂ ਕਹਿੰਦਾ ਸਿਰਫ ਪੰਜਾਬ 'ਚ ਸਿੱਖ ਹੀ ਹੋਣੇ ਚਾਹੀਦੇ ਆ। ਨਹੀਂ, ਪੰਜਾਬ 'ਚ ਦੂਜੇ ਵਰਗ ਸਾਡੇ ਤੋਂ ਪਹਿਲਾਂ ਹੋਣੇ ਜਰਨੈਲ ਚਾਹੀਦੇ। ਸਿੰਘ ਵੀ ਤਾਂ ਹਿੰਦੂਆਂ ਦੀ ਰਾਖੀ ਕਰਦੇ ਰਹੇ ਆ। ਹਾਂਜੀ ਸਿੱਖ ਕਿਉਂ? ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਪੰਜਾਬ 'ਚ ਸਿੱਖ ਹੋਣੇ ਚਾਹੀਦੇ। ਹਾਂਜੀ, ਰਾਖੀ ਕਰਦੇ ਰਹੇ ਆ, ਪਰ ਸਟੇਟ ਨੇ ਉਹਨਾਂ ਨੂੰ ਪ੍ਰੋਜੈਕਟ ਜਿਵੇਂ ਕਰਤਾ, ਸਟੇਟ ਨੇ ਇੱਕ ਨੈਰੇਟਿਵ ਰਚਤਾ ਵੀ ਇਹ ਤਾਂ ਐਕਸਟ੍ਰੀਮਿਸਟ ਬੰਦੇ ਆ, ਜੋ ਕਿ ਨਹੀਂ ਸੀ। ਇਸ ਕਰਕੇ ਸਾਨੂੰ ਹੁਣ ਵਿਸ਼ਵਾਸ ਦਿਵਾਉਣਾ ਪਊਗਾ ਬਾਕੀ ਵਰਗਾਂ ਨੂੰ ਵੀ ਤੁਸੀਂ ਸਾਡੇ ਤੋਂ ਪਹਿਲਾਂ ਇੱਥੇ ਹੋ, ਅਸੀਂ ਉਦੋਂ ਬਾਅਦ 'ਚ। ਇਸ ਕਰਕੇ ਇਹ ਸਾਂਝੀ ਧਰਤੀ ਆ, ਇਹਨੂੰ ਉਵੇਂ ਹੀ ਰੱਖੀਏ, ਉਵੇਂ ਹੀ ਲੈ ਕੇ ਚੱਲੀਏ ਅਤੇ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਜਿਹੜੀ ਆਪਸੀ ਇੱਕ ਅਪਣੱਤ, ਉਹਨੂੰ ਅਸੀਂ ਵਿਸਰਨ ਨਾ ਦਈਏ ਇੱਥੋਂ। ਨੈਸ਼ਨਲ ਮੀਡੀਆ ਦੀ ਲਗਾਤਾਰ ਗੱਲ ਹੁੰਦੀ। ਹੁਣ ਬਹੁਤ ਹੋ ਪਲੀਜ਼। ਚਲੋ ਤੁਸੀਂ ਇਹ ਦੱਸ ਦਿਓ ਵੀ ਹੁਣ ਤੁਸੀਂ ਕੁਛ ਜੇ ਕਹਿਣਾ, ਕੋਈ ਅਪੀਲ ਕਰਨਾ ਚਾਹੋ ਚੈਨਲ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਜਾਂ ਪੰਜਾਬ? ਨਹੀਂ, ਅਪੀਲ ਦੇਖੋ, ਅਪੀਲ ਤਾਂ ਮੈਂ ਹਜੇ ਉਸ ਕੀ ਕਰ ਸਕਦਾ, ਇਹੀ ਕਰ ਸਕਦਾ ਵੀ ਸਾਡੀ ਹੋਂਦ ਦੀ ਲੜਾਈ ਆ, ਸਾਂਝੇ ਤੌਰ 'ਤੇ ਪੰਜਾਬੀ ਹੋਂਦ ਆ ਜਿਹੜੀ ਸਾਡੀ ਮਾਂ ਬੋਲੀ, ਸਾਡਾ ਇਤਿਹਾਸ ਹੈ ਨਾ, ਉਹ ਧਰਤੀ ਨਾਲ ਹਰ ਵਰਗ ਜੁੜਿਆ ਹੋਇਆ ਇੱਥੇ ਕਿਸੇ ਨਾ ਕਿਸੇ ਰੂਪ 'ਚ। ਉਹਨਾਂ ਦੀ ਸਾਡੀ ਇਸ ਧਰਤੀ ਨਾਲ, ਸਾਡੀ ਇਸ ਮਦਰਲੈਂਡ ਨਾਲ ਇੱਕ ਸਾਂਝ ਆ। ਇਸ ਕਰਕੇ ਅਸੀਂ ਸਾਰੇ ਇਕੱਠੇ ਇੱਕ ਕਲੈਕਟਿਵ ਕੌਨਸ਼ੀਅਸਨੈਸ ਨਾਲ ਅਸੀਂ ਤੁਰੀਏ ਅਤੇ ਇਸ ਲੜਾਈ ਨੂੰ ਲੜੀਏ। ਲੜਾਈ ਨੂੰ ਲੜਨਾ ਮਤਲਬ ਇਹ ਨਹੀਂ ਅਸੀਂ ਹਥਿਆਰ ਲੈ ਕੇ ਨਿਕਲ ਜਾਈਏ, ਅਸੀਂ ਇੱਕ ਪੈਸਿਵ ਰੈਜ਼ਿਸਟੈਂਸ ਪੈਦਾ ਕਰੀਏ, ਇੱਕ ਇਹੋ ਜਿਹਾ ਮੰਚ ਤਿਆਰ ਕਰੀਏ ਜਿਹਦੀ ਆਵਾਜ਼ ਦਿੱਲੀ ਤਾਈਂ ਇੰਟਰਨੈਸ਼ਨਲੀ ਜੇ ਅਗਲੇ ਨੇ ਹਥਿਆਰ ਚੱਕ ਲਏ ਫਿਰ ਕੀ ਕਰੋਗੇ? ਭਾਈ ਫਿਰ ਉਹ ਜੇ ਅਗਲੇ ਨੇ ਹਥਿਆਰ ਚੱਕ ਲਏ ਫਿਰ ਵੀ ਗੱਲ ਆਏ ਆ, ਸਟੇਟ ਦੇ ਅਗੇਂਸਟ ਤੁਸੀਂ ਲੜ ਨਹੀਂ ਸਕਦੇ। ਬਿਲਕੁਲ, ਇਹ ਗੱਲ ਸਾਨੂੰ ਸਮਝ ਨਹੀਂ ਪਊਗੀ। ਜੇ ਉਹ ਹਥਿਆਰ ਚੱਕਦੇ ਆ ਫਿਰ ਅਸੀਂ ਕੀ ਕਰਨਾ? ਇਹਦੀ ਸਟ੍ਰੈਟਜੀ ਵੀ ਸਾਡੇ ਕੋਲ ਹੈਗੀ ਆ, ਹੈ ਨਾ। ਹਰ ਲੜਾਈ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ ਹੁੰਦੀ। ਲੜਾਈ ਨੂੰ ਕਿਵੇਂ ਲੜਨਾ, ਉਸ ਵੇਲੇ ਦੀ ਸਿਚੁਏਸ਼ਨ ਕੀ ਆ, ਉਦੋਂ ਪੋਲੀਟੀਕਲ ਸਿਚੁਏਸ਼ਨ, ਉਹਦਾ ਸਰਕਮਸਟਾਂਸਿਸ ਕੀ ਆ, ਸਮਾਜਿਕ ਸਰਕਮਸਟਾਂਸਿਸ ਕੀ ਆ, ਹੈ ਨਾ। ਉਸ ਵੇਲੇ ਜੋ ਇੰਟਰਨੈਸ਼ਨਲੀ ਪੂਰੀ ਇੱਕ ਜੀਓ ਪੋਲੀਟਿਕਸ ਹੋ ਰਹੀ ਆ, ਉਹ ਕੀ ਆ, ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਂਦਾ। ਤੋ ਇਹ ਸੀ ਦੀਪ ਸਿੱਧੂ ਜਿੰਨਾ ਬੜੀ ਬੇਬਾਕੀ ਨਾਲ ਜਿਹੜਾ ਉਹ ਗੱਲਬਾਤ ਕੀਤੀ, ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੂੰ ਮੰਨਿਆ ਜਾਂਦਾ ਕੇਂਦਰ ਸਰਕਾਰ ਵੱਲੋਂ ਜਾਂ ਨਹੀਂ, ਜਾਂ ਅਗਲੀ ਇਹਨਾਂ ਦੀ ਰਣਨੀਤੀ ਕੀ ਹੋਏਗੀ। ਕੈਮਰਾਮੈਨ ਪ੍ਰੇਮ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ, ਸੁਰਖਾਬ ਟੀਵੀ, ਚੰਡੀਗੜ੍ਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।